ਸਾਰੇ ਦਰਸ਼ਕਾਂ ਦਾ ਮੈਂ ਅਭਿਸ਼ੇਕ ਬਹਿਲ ਸਵਾਗਤ ਕਰਦਾ ਹਾਂ। ਅੱਜ ਦੀ ਜਿਹੜੀ ਡਿਬੇਟ ਲੈ ਕੇ ਅਸੀਂ ਹਾਜ਼ਰ ਹੋਏ ਹਾਂ, ਅੱਜ ਦੀ ਜਿਹੜੀ ਡਿਬੇਟ ਦਾ ਮੁੱਦਾ ਹੈ ਜਿੱਦਾਂ ਕਿ ਇੰਪਰੂਵਮੈਂਟ ਟਰਸਟ ਵੱਲੋਂ ਜਿਹੜਾ ਕਿ ਇੱਕ ਘੁਟਾਲਾ ਕੀਤਾ ਗਿਆ, ਜ਼ਮੀਨੀ ਘੁਟਾਲੇ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਬੀਜੇਪੀ ਵੱਲੋਂ ਆਵਾਜ਼ ਚੱਕੀ ਜਾ ਰਹੀ ਸੀਗੀ। ਤੇ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਕਿ ਇਸ ਤੋਂ ਬਾਅਦ ਕਾਂਗਰਸ ਵਾਲੇ ਜਿਹੜੇ ਹੈਗੇ ਨੇ ਇਸ ਦੇ ਵਿਰੋਧ ਦੇ ਵਿੱਚ ਇੱਕ ਉਹਨਾਂ ਨੇ ਮਹਿੰਗਾਈ ਦੇ ਖਿਲਾਫ ਜਿਹੜਾ ਹੈਗਾ ਇੱਕ ਮੁੱਦਾ ਛੇੜ ਕੇ ਬੀਜੇਪੀ ਦਫ਼ਤਰ ਨੂੰ ਤਾਲਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ, ਕਿਉਂਕਿ ਬੀਜੇਪੀ ਵੱਲੋਂ ਜਿਹੜਾ ਹੈਗਾ ਇੰਪਰੂਵਮੈਂਟ ਟਰਸਟ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਹੁਣ ਜਿਹੜਾ ਕਿ ਕਾਂਗਰਸ ਵਾਲੇ ਵੱਲੋਂ ਜਿਹੜਾ ਹੈਗਾ ਪ੍ਰੋਟੈਸਟ ਕੀਤਾ ਗਿਆ ਮਹਿੰਗਾਈ ਦੇ ਖਿਲਾਫ ਨੂੰ ਲੈ ਕੇ, ਤੇ ਬੀਜੇਪੀ ਦੇ ਦਫ਼ਤਰ ਨੂੰ ਤਾਲਾ ਲਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਇਹ ਮੁੱਦਾ ਇੰਨਾ ਕੁ ਗਰਮਾਇਆ ਕਿ ਦੋਨਾਂ ਪਾਰਟੀਆਂ ਦੇ ਵਿੱਚ ਜਿਹੜੇ ਹੈਗੇ ਪਥਰਾਵ ਚੱਲੇ, ਡੰਡੇ ਚੱਲੇ, ਜਿਹਦੇ ਵਿੱਚ ਇੱਕ ਬੀਜੇਪੀ ਵਰਕਰ ਜਿਹੜੀ ਹੈਗੀ ਅੱਖ ਵੀ ਚਲੀ ਜਾਂਦੀ ਹੈ, ਉਹਦੀ ਅੱਖ ਦੀ ਰੋਸ਼ਨੀ ਜਿਹੜੀ ਹੈਗੀ ਇਸ ਸਮੇਂ ਜਾ ਚੁੱਕੀ ਹੈ ਤੇ ਉੱਥੇ ਡਾਕਟਰ ਵੱਲੋਂ ਇਲਾਜ ਵੀ ਕੀਤਾ ਜਾ ਰਿਹਾ ਉਹਦਾ। ਤੇ ਇਸੇ ਮੁੱਦੇ ਤੇ ਜਿਹੜੀ ਹੈਗੀ ਚਰਚਾ ਕਰਨ ਵਾਸਤੇ ਸਾਡੇ ਨਾਲ ਜਿਹੜੇ ਹੈਗੇ ਨੇ ਕਾਂਗਰਸ ਤੋਂ ਡਿੰਪਲ ਰਾਣਾ ਜੀ ਹੈਗੇ ਨੇ, ਬੀਜੇਪੀ ਤੋਂ ਸਾਡੇ ਸ਼ੇਰੂ ਸਚਦੇਵਾ ਜੀ ਹੈਗੇ ਨੇ ਜੀ, ਤੇ ਅਕਾਲੀ ਦਲ ਤੋਂ ਪਰਮਵੀਰ ਸਨੀ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਜੀ। ਸਵਾਗਤ ਹੈ ਸਾਰੇ ਸਾਰੇ ਜਿਹੜੇ ਵੀ ਮਹਿਮਾਨ ਮੇਰੇ ਨਾਲ ਜੁੜੇ ਨੇ, ਸਾਰਿਆਂ ਦਾ ਇੱਕ ਵਾਰੀ ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਅਸੀਂ ਡਿੰਪਲ ਰਾਣਾ ਜੀ ਕੋਲ ਚੱਲਦੇ ਹਾਂ। ਰਾਣਾ ਜੀ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਲਗਾਤਾਰ ਇੰਪਰੂਵਮੈਂਟ ਟਰਸਟ ਦੀ ਜ਼ਮੀਨ ਦਾ ਮੁੱਦਾ ਜਿਹੜਾ ਹੈਗਾ ਭਖਿਆ ਹੋਇਆ, ਉਹਨੂੰ ਲੈ ਕੇ ਬੀਜੇਪੀ ਵਾਲਿਆਂ ਨੇ ਮੁੱਦਾ ਬਣਾ ਕੇ ਇਹਨੂੰ ਕਾਫੀ ਚੱਕਿਆ ਵੀ ਹੋਇਆ। ਆਏ ਦਿਨ ਇਹਦੇ ਵਾਸਤੇ ਪ੍ਰੋਟੈਸਟ ਵੀ ਹੋ ਰਹੇ ਨੇ, ਜਿਹਦਾ ਇੰਪਰੂਵਮੈਂਟ ਟਰਸਟ ਦੇ ਗੇਟ ਨੂੰ ਤਾਲਾ ਵੀ ਲਗਾ ਦਿੱਤਾ ਜਾਂਦਾ ਹੈ ਇਹਨਾਂ ਵੱਲੋਂ। ਤੇ ਉਸ ਤੋਂ ਬਾਅਦ ਜਿਹੜਾ ਕਿ ਕਾਂਗਰਸ ਇੱਕ ਪ੍ਰੋਟੈਸਟ ਲੈ ਕੇ ਚੱਲਦੀ ਹੈ ਮਹਿੰਗਾਈ ਦੇ ਖਿਲਾਫ, ਉਸ ਤੋਂ ਬਾਅਦ ਉੱਥੇ ਤੁਸੀਂ ਦੇਖਿਆ ਜੋ ਵੀ ਵਾਪਰਿਆ ਤੁਹਾਨੂੰ ਸਭ ਨੂੰ ਪਤਾ ਹੈ। ਔਰ ਜਿਹੜਾ ਕਿ ਲਾਠੀਆਂ ਚੱਲੀਆਂ, ਉੱਥੇ ਇੱਟਾਂ ਚੱਲੀਆਂ, ਪੱਥਰ ਚੱਲੇ, ਜਿਹਦੇ ਵਿੱਚ ਕਈ ਕਾਂਗਰਸ ਦੇ ਵੀ ਵਰਕਰ ਜਿਹੜੇ ਹੈਗੇ ਜ਼ਖਮੀ ਹੁੰਦੇ ਨੇ, ਬੀਜੇਪੀ ਦੇ ਵੀ ਜ਼ਖਮੀ ਹੁੰਦੇ ਨੇ। ਬੀਜੇਪੀ ਵਰਕਰ ਤਾਂ ਅੱਖ ਤੱਕ ਜਿਹੜੀ ਹੈਗੀ ਹੈ ਉਹਦੀ ਰੋਸ਼ਨੀ ਚਲੀ ਜਾਂਦੀ ਹੈ। ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਅਭਿਸ਼ੇਕ ਜੀ, ਦੇਖੋ ਜੋ ਵੀ ਲੁਧਿਆਣੇ ਦੇ ਵਿੱਚ ਪਿਛਲੇ 5-4 ਦਿਨਾਂ ਦੇ ਵਿੱਚ ਹੋਇਆ, ਬਹੁਤ ਹੀ ਮੰਦਭਾਗੀ ਘਟਨਾ ਹੈ, ਬਹੁਤ ਹੀ ਮਾੜੀ ਹਰਕਤ ਹੈ ਇਹ। ਔਰ ਹਿੰਦੁਸਤਾਨ ਇੱਕ ਲੋਕਤੰਤਰਿਕ ਦੇਸ਼ ਹੈ, ਇੱਥੇ ਆਪਣਾ ਪ੍ਰੋਟੈਸਟ ਕਰਨਾ, ਰੋਸ ਜ਼ਾਹਰ ਕਰਨਾ ਹਰੇਕ ਦਾ ਜਿਹੜਾ ਅਧਿਕਾਰ ਹੈ। ਪਰ ਉਸਦੇ ਨਾਲ ਭਾਜਪਾ ਵਾਲਿਆਂ ਨੇ ਆਪਣੀ ਗਰਮਾਂ ਨੂੰ ਭੁੱਲਦੇ ਹੋਏ ਜਿਹੜਾ ਹੈ ਇੰਪਰੂਵਮੈਂਟ ਟਰਸਟ 'ਚ ਅਗਰ ਇਹਨਾਂ ਨੂੰ ਕੋਈ ਪ੍ਰੋਟੈਸਟ ਕਰਨਾ ਸੀ, ਰੋਸ਼ ਕਰਨਾ ਸੀ, ਤੇ ਆਪਾਂ ਸਰਕਾਰੀ ਸੰਪत्तियां ਨੂੰ ਤਾਲੇ ਨਹੀਂ ਲਾ ਸਕਦੇ। ਕਿੱਡੀ ਲੁਧਿਆਣੇ ਦੀ ਲੋਕਾਂ ਨੂੰ, ਕਿੱਡੀ ਜਨਤਾ ਨੂੰ ਉਸ ਦਿਨ ਖੱਜਲ ਖੁਆਰੀ ਹੋਈ ਹੈ। ਇਹ ਸਾਰੇ ਆਪਾਂ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇਣੀਆਂ ਜਾਂ ਉਹਨਾਂ ਨੂੰ ਪਰੇਸ਼ਾਨ ਕਰਨਾ ਹੈ। ਆਪਣੀ ਵਾਰੀ ਤਾਂ ਇਹਨਾਂ ਨੇ ਐਡਾ ਮਾੜਾ ਉੱਥੇ ਕਰਮ ਕੀਤਾ। ਉਸ ਤੋਂ ਬਾਅਦ ਜਦੋਂ ਮਹਿੰਗਾਈ ਦੇ ਖਿਲਾਫ ਅੱਜ 100 ਰੁਪਏ ਤੋਂ ਉੱਤੇ ਦੇਖੋ ਪੈਟਰੋਲ ਹੋ ਗਿਆ ਹੈ, ਡੀਜ਼ਲ ਹੋ ਗਿਆ ਹੈ, ਗੈਸ ਹਰ ਮਹੀਨੇ ਰੇਟ ਵੱਧ ਰਿਹਾ ਹੈ। ਜਦੋਂ ਯੂਥ ਕਾਂਗਰਸ ਦੇ ਸਾਥੀਆਂ ਨੇ ਇਹਨਾਂ ਦੇ ਦਫ਼ਤਰ ਦੇ ਬਾਹਰ ਉੱਥੇ ਰੋਸ ਪ੍ਰਦਰਸ਼ਨ ਕੀਤਾ ਤਾਂ ਉੱਪਰੋਂ ਇੱਟਾਂ ਰੋੜੇ ਮਾਰਨ ਲੱਗ ਗਏ ਹੈ, ਜਿਹਦੇ ਨਾਲ ਕਾਫੀ ਵਰਕਰਾਂ ਦੇ ਸੱਟਾਂ ਲੱਗੀਆਂ। ਕਿਉਂਕਿ ਕੁਝ ਸ਼ਰਾਰਤੀ ਬੰਦੇ, ਮੈਂ ਦੇਖੋ ਚਾਹੇ ਸਾਡੇ ਕਾਂਗਰਸ ਦੇ ਸਾਥੀ ਹੈ, ਚਾਹੇ ਬੀਜੇਪੀ ਦੀ ਹੈ, ਬੜੇ ਸਿਆਣੀ ਲੀਡਰਸ਼ਿਪ ਹੈ, ਗੁਰਦੇਵ ਦੇਵੀ ਜੀ ਹੈ ਜਾਂ ਇਹਨਾਂ ਦੇ ਪ੍ਰਧਾਨ ਹੈ ਸਿੰਗਲ ਜੀ ਹੈ, ਬੜੇ ਸੁਲਝੇ ਹੋਏ ਇਨਸਾਨ ਹੈ। ਪਰ ਇਦਾਂ ਦੇ ਜਦੋਂ ਰਸ਼ ਮਾਹੌਲ ਹੋ ਜਾਂਦਾ, ਕੋਈ ਸ਼ਰਾਰਤੀ ਬੰਦੇ ਜਿਹੜੇ ਸ਼ਰਾਰਤੀ ਅਨਸਰ ਆ ਫਾਇਦਾ ਚੱਕ ਲੈਂਦੇ ਆ। ਸਾਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣ ਲਈ, ਸ਼ਹਿਰ ਦਾ ਲਾਅ ਐਂਡ ਆਰਡਰ ਮੇਨਟੇਨ ਰੱਖਣ ਲਈ, ਦੇਖੋ ਕਿੰਨੀ ਪੁਲਿਸ ਨੂੰ ਉੱਥੇ ਸਾਰੇ ਸ਼ਹਿਰ ਦੀ ਪੁਲਿਸ ਉੱਥੇ ਲਾਣੀ ਪਈ ਹੈ। ਕੀ ਫਾਇਦਾ ਕੀ ਇਹ ਚੀਜ਼ਾਂ ਦਾ? ਅਗਰ ਇਹਨਾਂ ਨੇ ਰੋਸ ਪ੍ਰਦਰਸ਼ਨ ਕਰਨਾ, ਕੁਝ ਕਰਨਾ, ਮੈਮੋਰੰਡਮ ਦੇਣਾ ਜਗ੍ਹਾ ਦਾ, ਕੋਈ ਜੇ ਇਹਨਾਂ ਨੂੰ ਡਿਸਪਿਊਟ ਲੱਗਦਾ ਹੈ ਤੇ ਉਹ ਤਾਂ ਸਰਕਾਰ ਨੇ ਪਹਿਲਾਂ ਉੱਥੇ ਰੱਦ ਕਰਤੀ ਹੋਈ ਹੈ ਜਿਹੜੀ ਨਿਲਾਮੀ ਹੈ। ਉਹਦੇ ਲਈ ਆਪਾਂ ਸਰਕਾਰੀ ਸੰਪत्तियां ਨੂੰ ਤਾਲੇ ਲਾਈਏ, ਲੋਕਾਂ ਨੂੰ ਖੱਜਲ ਖਰਾਬ ਕਰੀਏ, ਦੁਨੀਆ ਦੀ ਹਰਾਸਮੈਂਟ ਹੋਵੇ, ਇਹ ਬਾੜੀਆਂ ਗੱਲਾਂ। ਇਹ ਇੱਕ ਨਵੀਂ ਰੀਤ ਲੁਧਿਆਣੇ ਦੇ ਵਿੱਚ ਪਈ ਹੈ। ਇਹ ਸ਼ਹਿਰ 'ਚ ਕੋਈ ਅੱਛਾ ਮੈਸੇਜ ਨਹੀਂ ਇਸ ਚੀਜ਼ ਦਾ ਗਿਆ। ਬਿਲਕੁਲ। ਇਸ ਤੋਂ ਬਾਅਦ ਚੈਲੰਜਾਂ ਦਾ ਵੀ ਦੌਰ ਸ਼ੁਰੂ ਹੋ ਚੁੱਕਾ। ਤੁਸੀਂ ਦੇਖਿਆ ਹੋਏਗਾ ਕਿ ਇੱਕ ਦੂਜੇ ਨੂੰ ਚੈਲੰਜ ਕੀਤਾ ਜਾ ਰਿਹਾ ਹੈ, ਚਾਹੇ ਕਾਂਗਰਸ ਵਾਲੇ ਚਾਹੇ ਬੀਜੇਪੀ ਵੱਲੋਂ ਹੈ, ਇੱਕ ਦੂਜੇ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਜੀ। ਸ਼ੇਰੂ ਜੀ, ਤੁਸੀਂ ਇੱਥੇ ਕੀ ਕਹਿਣਾ ਚਾਹੋਗੇ? ਮੈਂ ਸਿਰਫ ਇੰਨੀ ਗੱਲ ਕਹੂੰਗਾ, ਜਿੱਦਾਂ ਕਿ ਡਿੰਪਲ ਰਾਣਾ ਜੀ ਨੇ ਕਿਹਾ ਹੈ ਕਿ ਇਹ ਬੜੀ ਮੰਦਭਾਗੀ ਵਾਲੀ ਗੱਲ ਹੈ, ਔਰ ਵਾਕਈ ਇਹ ਸਾਡੇ ਵਾਸਤੇ ਬੜੀ ਮੰਦਭਾਗੀ ਵਾਲੀ ਗੱਲ ਹੈ ਕਿ ਜਿੱਥੇ ਕਿ ਕਾਂਗਰਸ ਦੀ ਸੋਚ ਜਿਹੜੀ ਕਿ ਪਿੱਛੇ 70 ਸਾਲਾਂ ਦੇ ਵਿੱਚ ਉਹਨਾਂ ਦੀ ਸੋਚ ਨੂੰ ਪਹਿਲਾਂ ਤਾਂ ਕੀੜਾ ਲੱਗਿਆ ਹੀ ਲੱਗਿਆ ਸੀਗਾ, ਲੇਕਿਨ ਅੱਜ ਜਿਹੜੇ ਲੁਧਿਆਣੇ ਦੇ ਵਿੱਚ ਉਹਨਾਂ ਨੇ ਜਿਹੜੇ ਏਡੇ ਵੱਡੇ ਘੁਟਾਲੇ ਆਪਣੀ ਇੰਪਰੂਵਮੈਂਟ ਟਰਸਟ ਦੇ ਕੀਤੇ, ਉਸ ਤੋਂ ਬਾਅਦ ਜਦੋਂ ਉਜਾਗਰ ਹੋ ਕੇ, ਐਕਸਪੋਜ਼ ਹੋ ਕੇ ਲੋਕਾਂ ਦੇ ਘਰਾਂ ਤੱਕ ਚਲੇ ਗਏ, ਲੋਕਾਂ ਤੱਕ ਉਜਾਗਰ ਹੋ ਗਏ, ਤਾਂ ਉਹ ਆਪਣੀ ਇਸ ਗੱਲ ਤੇ ਵੀ ਆ ਗਏ ਕਿ ਉਹਨਾਂ ਨੇ, ਜਦੋਂ ਅਸੀਂ ਇੱਕ ਬੀਜੇਪੀ ਵਾਲਿਆਂ ਨੇ, ਅਸੀਂ ਆਪਣੇ ਪ੍ਰਧਾਨ ਦੀ ਅਧਿਕਸ਼ਤਾ ਦੇ ਵਿੱਚ ਅਸੀਂ ਕਿਹਾ ਕਿ ਅਸੀਂ ਇੰਪਰੂਵਮੈਂਟ ਟਰਸਟ ਦੀ ਬਾਹਰਲੇ ਬਿਲਡਿੰਗ ਨੂੰ ਅਸੀਂ ਇੱਕ ਸ਼ਾਂਤੀਪੂਰਵਕ ਢੰਗ ਨਾਲ ਜਾਣਾ ਔਰ ਅਸੀਂ ਤਾਲਾ ਲਾ ਕੇ ਆਣਾ ਹੈ, ਔਰ ਅਸੀਂ ਉਸ ਨੂੰ ਪੂਰਾ ਵੀ ਕੀਤਾ ਔਰ ਉਸ ਨੂੰ ਅਸੀਂ ਤਾਲਾ ਲਗਾ ਕੇ ਅਸੀਂ ਵਾਪਸ ਆਏ। ਉਸ ਤੋਂ ਬਾਅਦ ਜਿਹੜੇ ਕਾਂਗਰਸ ਦੇ ਯੂਥ ਪ੍ਰਧਾਨ ਨੇ, ਜਿਹੜੇ ਕਿ ਯੋਗੇਸ਼ ਹਾਂਡਾ ਜੀ ਨੇ, ਉਹ ਆਪਣੇ ਕੁਝ ਬੰਦੇ ਲਿਆ ਕੇ ਉੱਥੇ ਜਾਂਦੇ ਨੇ, ਉਹਨਾਂ ਕੋਲ ਤਾਲਾ ਨਹੀਂ ਟੁੱਟਦਾ, ਲੇਕਿਨ ਉਹ ਸਰਕਾਰੀ ਸੰਪत्ति ਨੂੰ ਜਿਹੜੇ ਕਿ ਉਹ ਗੇਟ ਨੂੰ ਹੀ ਪੱਟ ਦਿੰਦੇ ਨੇ। ਤੁਸੀਂ ਦੇਖੋ ਇਹਨਾਂ ਦੇ ਮਨ ਦੇ ਵਿੱਚ, ਇਹਨਾਂ ਦੇ ਦਿਮਾਗ ਦੇ ਵਿੱਚ ਕਿੰਨੀ ਹਿੰਸਾ ਭਰੀ ਹੋਈ ਹੈ ਕਿ ਉਹ ਜਿਹੜਾ ਉਹਨਾਂ ਨੇ ਤਾਲਾ ਲਾਇਆ, ਲੇਕਿਨ ਤਾਲੇ ਦੀ ਜਿਹੜੀ ਉਹ ਇੱਕ ਕੜੀ ਸੀਗੀ, ਜਿਹਨੂੰ ਆਪਾਂ ਜੰਜੀਰ ਰੂਪੀ ਕਹਿ ਸਕਦੇ ਹਾਂ, ਉਹਨੂੰ ਤੋੜਨ ਦੀ ਵੀ ਇਹਨਾਂ ਨੇ ਉਹ ਨਹੀਂ ਕਰੀ। ਇਹਨਾਂ ਨੇ ਕਿਹਾ ਕਿ ਇੱਕ ਵਾਰ ਗੇਟ ਹੀ ਪੱਟ ਦੋ।
ਵੀ ਜਿਸ ਤਰ੍ਹਾਂ ਵੀ ਹੈ ਇੰਨੀ ਕੁ ਹਿੰਸਾ ਨੂੰ ਭੜਕਾ ਦਿਓ ਕਿ ਉਹ ਗੇਟ ਪੱਟ ਕੇ ਹੀ ਚਲੇ ਜਾਓ। ਇਹਨਾਂ ਨੇ ਗੇਟ ਪੱਟ ਤਾਂ ਦਿੱਤਾ, ਲੇਕਿਨ ਉਸ ਤੋਂ ਬਾਅਦ ਅਭਿਸ਼ੇਕ ਜੀ ਤੁਸੀਂ ਦੇਖੋ ਇਹਨਾਂ ਦੇ ਮਨ ਦੀ ਫੇਰ ਵੀ ਜਿਹੜੀ ਅੱਗ ਸੀ, ਜਿਹੜੀ ਮਨ ਦੀ ਉਹ ਹਿੰਸਾ ਸੀ, ਇਹਨਾਂ ਦੀ ਸ਼ਾਂਤ ਨਾ ਹੋਈ। ਇਹਨਾਂ ਨੇ ਅਗਲੇ ਦਿਨ ਜਿਹੜੇ ਕਿ ਸ਼ਾਂਤਮਈ ਢੰਗ ਦੇ ਨਾਲ ਅਸੀਂ ਭਾਜਪਾ ਦੇ ਲੁਧਿਆਣਾ ਜ਼ਿਲ੍ਹੇ ਦੇ ਕਾਰਿਆਲੇ ਦੇ ਵਿੱਚ ਅਸੀਂ ਆਪਣੀ ਮੀਟਿੰਗਾਂ ਕਰ ਰਹੇ ਸੀਗੇ, ਆਪਣੇ ਪੁਸ਼ਪਿੰਦਰ ਸਿੰਘਲ ਜੀ ਦੀ ਅਧਿਕਸ਼ਤਾ ਦੇ ਵਿੱਚ ਗੁਰਦੇਵ ਸ਼ਰਮਾ ਦੇਵੀ ਜੀ ਉੱਥੇ ਮੌਜੂਦ ਸਨ ਔਰ ਪ੍ਰਵੀਨ ਬਾਂਸਲ ਜੀ ਉੱਥੇ ਮੌਜੂਦ ਸਨ, ਸਾਡੇ ਸਾਰੇ ਸਮੁੱਚੀ ਲੀਡਰਸ਼ਿਪ ਉੱਥੇ ਸ਼ਾਮਲ ਸੀਗੀ, ਲੇਕਿਨ ਸਿੱਧੂ ਸਾਹਿਬ ਵੀ ਉੱਥੇ ਸ਼ਾਮਲ ਸੀ। ਲੇਕਿਨ ਇਹਨਾਂ ਦੇ ਉੱਪਰਲੇ ਗੁੰਡੇ ਜਿਹੜੇ ਕਿ ਯੋਗੇਸ਼ ਹਾਂਡਾ ਜਿਹੜਾ ਕਿ ਯੂਥ ਦੇ ਕਾਂਗਰਸ ਦੇ ਪ੍ਰਧਾਨ ਨੇ, ਇਹ ਆਪਣੇ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਸਾਰਿਆਂ ਨੂੰ ਇਕੱਠਾ ਕਰਕੇ ਐਲਾਨ ਕਰਕੇ ਲੈ ਕੇ ਆਉਂਦੇ ਨੇ ਕਿ ਅਸੀਂ ਬੀਜੇਪੀ ਦਫ਼ਤਰ ਨੂੰ ਤਾਲਾ ਲਾਣਾ ਹੈ। ਲੇਕਿਨ ਮੈਨੂੰ ਇੱਕ ਗੱਲ ਦਾ ਇਹ ਦੱਸਿਆ ਜਾਵੇ, ਜੇ ਇਹ ਰੋਸ਼ ਪ੍ਰਗਟ ਕਰਨ ਆਏ ਸੀ ਤਾਂ ਮੈਂ ਡਿੰਪਲ ਰਾਣਾ ਜੀ ਨੂੰ ਸਿਰਫ ਇੱਕ ਗੱਲ ਇਹ ਪੁੱਛਣਾ ਚਾਹਾਂਗਾ, ਉਹ ਕਾਂਗਰਸ ਦੇ ਅੱਗੇ ਹੋ ਕੇ ਜੇ ਉਹਨਾਂ ਨੇ ਆ ਕੇ ਰੋਸ਼ ਪ੍ਰਦਰਸ਼ਨ ਕਰਨਾ ਸੀ ਜਾਂ ਉਹਨਾਂ ਨੇ ਤਾਲਾ ਲਾਣ ਆਣਾ ਸੀ, ਮੈਨੂੰ ਇੱਕ ਵੀ ਤਸਵੀਰਾਂ ਜਿਹੜੀਆਂ ਕਿ ਕਿਸੇ ਵੀ ਨਿਊਜ਼ ਚੈਨਲ ਵਾਲੇ ਨੇ ਖਿੱਚੀਆਂ ਹੋਣ ਤਾਂ ਕਿਆ ਉਹਨਾਂ ਦੇ ਕਿਸੇ ਦੇ ਹੱਥ ਦੇ ਵਿੱਚ ਕੋਈ ਜੰਜੀਰ, ਕੋਈ ਤਾਲਾ, ਕੋਈ ਨਜ਼ਰ ਆਇਆ? ਉਹਨਾਂ ਨੇ ਪੁਤਲਾ ਫੂਕਣ ਲਈ ਲੈ ਕੇ ਆਏ, ਕਿਆ ਉਹਨਾਂ ਨੇ ਪੁਤਲਾ ਫੂਕਿਆ? ਸਿਰਫ ਤੇ ਸਿਰਫ ਨਜ਼ਰ ਆਈਆਂ ਇੱਟਾਂ, ਰੋੜੀ, ਪੱਥਰ, ਐਸਿਡ ਦੀਆਂ ਬੋਤਲਾਂ ਜਿਹੜੀਆਂ ਕਿ ਨਜ਼ਰ ਆਈਆਂ ਤੁਹਾਡੇ ਸਾਰਿਆਂ ਦੇ ਸਮਕਸ਼ ਨੇ। ਮੈਂ ਤੁਹਾਨੂੰ ਦਿਖਾ ਵੀ ਦਿੰਦਾ ਜੀ, ਆ ਇੱਕ ਪੱਤਰਕਾਰ ਦੀ ਨਿਊਜ਼ ਹੈ, ਆ ਮੈਂ ਥੋੜਾ ਜਿਹਾ ਕੈਮਰੇ ਅੱਗੇ ਲੈ ਕੇ ਆਵਾਂਗਾ, ਤੁਸੀਂ ਇਹ ਦੇਖੋ, ਇਸ ਲੜਕੇ ਦੇ ਹੱਥ ਦੇ ਵਿੱਚ ਐਸਿਡ ਦੀ ਬੋਤਲ ਹੈ, ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਸਾਰੇ, ਮੈਂ ਮੀਡੀਆ ਚੈਨਲ ਰਾਹੀਂ ਦਿਖਾਣਾ ਚਾਹੂੰਗਾ। ਇਸ ਲੜਕੇ ਦੇ ਹੱਥ ਇੱਕ ਕਾਂਗਰਸੀ ਵਰਕਰ ਹੈ, ਕਾਂਗਰਸ ਦਾ ਕਾਰਿਆਕਰਤਾ ਹੈ। ਮੈਂ ਇੱਕ ਗੱਲ ਸਿਰਫ ਇੰਨੀ ਕਹਿਣਾ ਚਾਹੂੰਗਾ, ਅਸੀਂ ਸੁਣਦੇ ਹੁੰਦੇ ਸੀ ਕਿ ਤਾਲਿਬਾਨ ਸ਼ਾਸਨ ਦੇ ਵਿੱਚ ਲੋਕਾਂ ਦਾ ਮਾਈਂਡ ਵਾਸ਼ ਕਰ ਦਿੱਤਾ ਜਾਂਦਾ ਹੈ। ਮੈਂ ਅੱਜ ਸਮਝਦਾ ਕਿ ਜਿਹੜੇ ਕਾਂਗਰਸ ਦੇ ਜਿਹੜੇ ਨੁਮਾਇੰਦੇ ਬਣੇ ਹੋਏ ਨੇ, ਜਿਹੜੇ ਪ੍ਰਧਾਨ ਬਣੇ ਹੋਏ ਨੇ, ਉਹ ਇਸ ਨੌਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਮਾਈਂਡ ਵਾਸ਼ ਕਰਕੇ ਇਹਨਾਂ ਦੇ ਹੱਥਾਂ ਵਿੱਚ ਐਸਿਡ ਦੀਆਂ ਬੋਤਲਾਂ ਫੜਾਉਂਦੇ ਨੇ ਕਿ ਦੂਜਿਆਂ ਤੇ ਜਾ ਕੇ ਅਟੈਕ ਕਰੋ। ਅਸੀਂ ਬਿਲਕੁਲ ਜੀ, ਬਹੁਤ ਮੰਦਭਾਗੀ ਘਟਨਾ ਹੋਈ ਹੈ ਸਾਡੇ ਲੁਧਿਆਣੇ ਵਾਸਤੇ। ਇਸ ਤੋਂ ਵੱਡੀ ਮੰਦਭਾਗੀ ਘਟਨਾ ਮੇਰੇ ਸਾਹਮਣੇ ਅੱਜ ਤੱਕ ਕਦੀ ਲੁਧਿਆਣੇ 'ਚ ਨਹੀਂ ਹੋਈ, ਜਿਹੜੀ ਕਿ ਉਸ ਦਿਨ ਐਸਿਡ ਦੀਆਂ ਬੋਤਲਾਂ, ਨਾਰੀਅਲ ਮਾਰੇ ਗਏ ਔਰ ਇੱਟਾਂ, ਰੋੜੀ, ਪੱਥਰ ਮਾਰੇ ਗਏ ਨੇ। ਇਹ ਕਾਂਗਰਸ ਦੀ ਇੱਕ ਸੋਚੀ ਸਮਝੀ ਚਾਲ ਹੈ ਔਰ ਸੋਚੀ ਸਮਝੀ ਇਹਨਾਂ ਦੀ ਬਹੁਤ ਵੱਡੀ ਇੱਕ ਪਲੈਨਿੰਗ ਦੇ ਤਹਿਤ ਸਾਡੇ ਉੱਪਰ ਇਹਨਾਂ ਨੇ ਹਮਲਾ ਕੀਤਾ, ਜਿਹੜੀ ਕਿ ਅਸੀਂ ਉੱਥੇ ਬੈਠੇ ਤੁਸੀਂ ਵੀ ਸੁਣਿਆ ਅਭਿਸ਼ੇਕ ਜੀ ਸ਼ੇਰੂ ਜੀ ਬਹੁਤ ਹੀ ਚਲੋ ਸਾਡੇ ਛੋਟੇ ਵੀਰ ਹੈ, ਬੜੇ ਸਮਝਦਾਰ ਹੈ, ਸੁਲਝੇ ਹੋਏ ਹੈ, ਤੇ ਦੇਖੋ ਵੀ ਕਿੰਨਾ ਇਹਨਾਂ ਦੇ ਮਨ ਦੇ ਵਿੱਚ ਰੋਸ਼ ਹੈ। ਮੈਂ ਕਿੱਡੇ ਰਿਸਪੈਕਟਫੁਲੀ ਕਹਿ ਰਿਹਾ ਵੀ ਦੇਬੀ ਜੀ ਹੈ ਜਾਂ ਇਹਨਾਂ ਦੇ ਪ੍ਰਧਾਨ ਸਿੰਘਲ ਜੀ ਹੈ, ਬੜੇ ਸੁਲਝੇ ਹੋਏ ਸਮਝਦਾਰ ਵਿਅਕਤੀ ਹੈ। ਪਰ ਇਹ ਯੋਗੇਸ਼ ਹਾਂਡਾ ਜਿਹੜਾ ਕਿ ਸਾਡਾ ਯੂਥ ਕਾਂਗਰਸ ਦਾ ਪ੍ਰਧਾਨ ਹੈ, ਉਹਨੂੰ 3 ਵਾਰ ਚੈਨਲ ਤੇ ਗੁੰਡਾ ਦੱਸ ਰਿਹਾ। ਸ਼ੇਰੂ ਜੀ ਇੰਨਾ ਗੁੱਸਾ, ਇੰਨਾ ਦਰਵੇਸ਼ ਨਾ ਰੱਖੋ, ਤੁਸੀਂ ਬਹੁਤ ਵਧੀਆ ਇਨਸਾਨ ਹੋ, ਅੱਛੇ ਇਨਸਾਨ ਹੋ। ਜੇ ਕੋਈ ਯੋਗੇਸ਼ ਹਾਂਡੇ ਨੇ ਕਿਸੇ ਦੇ ਇੱਟ ਪੱਥਰ ਮਾਰਿਆ ਤੇ ਤੁਸੀਂ ਮੇਰੀ ਗੱਲ ਸਮਝੋ, ਮੇਰੀ ਇੱਕ ਮਿੰਟ ਗੱਲ ਸਮਝੋ ਡਿੰਪਲ ਜੀ, ਤੁਸੀਂ ਬੜੇ ਸਤਿਕਾਰਤ ਹੋ। ਮੈਂ ਪਹਿਲਾਂ ਕਿਹਾ ਕਿ ਸਮੁੱਚੀ ਲੀਡਰਸ਼ਿਪ ਬੜੀ ਸਤਿਕਾਰਤ ਹੈ, ਲੇਕਿਨ ਜਿਹੜਾ ਉਸ ਦਿਨ ਦਾ ਮੰਜ਼ਰ ਆ ਸਾਡੇ ਇੱਕ ਮੁੰਡੇ ਨਾਲ ਹੋਇਆ, ਤੁਸੀਂ ਇਹਦੀ ਤਸਵੀਰ ਦੇਖ ਸਕਦੇ ਹੋ। ਨਵੀਨ ਲੜਕਾ ਹੈ। ਮੈਂ ਭਾਈ ਸਾਹਿਬ ਸ਼ੇਰੂ ਜੀ ਮੈਂ ਤੁਹਾਡੀ ਗੱਲ ਸ਼ੁਰੂ ਹੋਣ ਤੋਂ ਪਹਿਲੇ ਹੀ ਕਿਹਾ ਵੀ ਬਹੁਤ ਮੰਦਭਾਗੀ ਘਟਨਾ ਇਹ, ਸਾਡੀ ਸਮੁੱਚੀ ਕਾਂਗਰਸ ਪਾਰਟੀ ਨੇ ਇਸ ਤੇ ਖੇਦ ਵਿਅਕਤ ਕੀਤਾ ਵੀ ਇਹ ਬਹੁਤ ਮਾੜਾ ਹੋਇਆ ਉਦੋਂ ਹੋਇਆ ਜੋ। ਔਰ ਆਪਾਂ ਸਾਰਿਆਂ ਨੂੰ, ਆਪਾਂ ਸ਼ਹਿਰ ਦੇ ਜ਼ਿੰਮੇਵਾਰ ਵਿਅਕਤੀ ਹੈ, ਚਾਹੇ ਤੁਸੀਂ ਬੈਠੇ ਹੋ ਬੀਜੇਪੀ ਤੋਂ, ਚਾਹੇ ਅਕਾਲੀ ਦਲ ਤੋਂ ਮੇਰਾ ਵੀਰ ਬੈਠਾ ਹੈ, ਚਾਹੇ ਅਸੀਂ ਬੈਠੇ ਹਾਂ, ਆਪਸੀ ਭਾਈਚਾਰਾ ਜਿਹੜਾ ਇੰਨੇ ਸਾਲਾਂ ਤੋਂ ਬਣਿਆ ਹੋਇਆ ਖਰਾਬ ਨਹੀਂ ਹੋਣਾ ਚਾਹੀਦਾ। ਦੇਖੋ ਪਾਰਟੀ ਲੈਵਲ ਤੇ ਕਿਸੇ ਹੱਦ ਤੱਕ ਧਰਨੇ, ਮੁਜ਼ਾਹਰੇ, ਰੋਸ ਪ੍ਰਦਰਸ਼ਨ ਕਰਨੇ ਜਾਇਜ਼ ਹੈ, ਪਾਰਟੀਆਂ ਦੇ ਜੋ ਹੁਕਮ ਆਉਂਦੇ ਆ ਵਰਕਰਾਂ ਨੂੰ, ਸਾਥੀਆਂ ਨੂੰ ਕਰਨੇ ਪੈਂਦੇ ਆ। ਪਰ ਅੱਜ ਜੋ ਖਟਾਸ ਆ ਪਿਛਲੇ ਹਫ਼ਤੇ ਤੋਂ ਇੱਕ ਇੰਪਰੂਵਮੈਂਟ ਟਰਸਟ ਦੇ ਮੁੱਦੇ ਨੂੰ ਲੈ ਕੇ ਹੋਈ ਹੈ, ਬੜੀ ਮੰਦਭਾਗੀ ਘਟਨਾ, ਔਰ ਆਉਣ ਵਾਲੇ ਇਹਦੇ ਜਿਹੜੇ ਨਤੀਜੇ ਆ ਅੱਛੇ ਨਹੀਂ ਹੋਣਗੇ ਅਗਰ ਅਸੀਂ ਸਾਰੇ ਸਮਝ ਕੇ ਇਹਦਾ, ਜੇ ਕੋਈ ਨੌਜਵਾਨਾਂ ਨੇ, ਕੋਈ ਸਾਥੀਆਂ ਨੇ, ਵਿੱਚੋਂ ਕੋਈ ਮਾੜੇ ਅਨਸਰਾਂ ਨੇ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ, ਆਪਾਂ ਨੂੰ ਅੱਗੇ ਹੋ ਕੇ ਇਹਨਾਂ ਤੇ ਨਕੇਲ ਕੱਸਣੀ ਚਾਹੀਦੀ ਹੈ, ਨਾ ਕਿ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਦੇਖੋ ਮੈਂ ਇਸ ਚੀਜ਼ ਦਾ ਕਹੂੰਗਾ ਵੀ ਬਹੁਤ ਮਾੜੀ ਗੱਲ ਹੋਈ ਹੈ ਜੋ ਜਿਹੜੀ ਹੋਈ ਹੈ, ਕਿਉਂਕਿ ਅੱਜ ਜੇ ਲੁਧਿਆਣੇ ਦੀ ਆਪਾਂ ਗੱਲ ਕਰੀਏ, ਸ਼ੁਰੂਆਤ ਕਿੱਥੋਂ ਹੋਈ ਆ? ਅੱਜ ਸਿਰਫ ਜਿਹਨੂੰ ਆਪਾਂ ਕਹਿ ਰਹੇ ਹਾਂ ਵੀ ਲੁਧਿਆਣੇ ਦੀ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ, ਸਾਡੇ ਮੰਤਰੀ ਭਾਰਤ ਭੂਸ਼ਣ ਆਸ਼ੂ ਜਿਹੜੇ ਕਿ ਇੱਕ ਮਿਸਾਲ ਹੈ। ਦੇਖੋ ਸ਼ੇਰੂ ਜੀ, ਸੱਚਾਈ ਪਤਾ ਤੁਹਾਨੂੰ ਵੀ ਰੋਲਾ ਡਿਵੈਲਪਮੈਂਟ ਦਾ ਪਿਆ ਹੋਇਆ, ਜਿਹੜੀ ਡਿਵੈਲਪਮੈਂਟ ਹੈ ਉਹ ਬੀਜੇਪੀ ਦੇ ਗਲੇ ਤੋਂ ਉਤਰ ਨਹੀਂ ਰਹੀ ਵੀ 6 ਮਹੀਨਿਆਂ ਬਾਅਦ ਆਪਾਂ ਲੋਕਾਂ ਦੇ ਵਿੱਚ ਕਿਸ ਮੁੱਦੇ ਨਾਲ ਜਾਵਾਂਗੇ। ਸੁਣੋ ਮੇਰੀ ਬੇਨਤੀ, ਸਿਰਫ 2 ਮਿੰਟ ਮੈਂ 1 ਮਿੰਟ ਸੁਣੋ ਪਲੀਜ਼, ਤੁਸੀਂ ਭਰਾ ਹੋ ਮੇਰੇ, ਬੜੇ ਸਤਿਕਾਰਯੋਗ ਹੋ। ਲੜਾਈ ਤਾਂ ਡਿਵੈਲਪਮੈਂਟ ਦੀ ਹੋਈ ਹੈ ਵੀ ਅੱਜ ਬਰਦਾਸ਼ਤ ਨਹੀਂ ਹੋ ਰਿਹਾ ਵੀ ਜਿਹੜਾ ਭਾਰਤ ਭੂਸ਼ਣ ਆਸ਼ੂ ਜੀ ਹੈ, ਲੁਧਿਆਣੇ ਨਹੀਂ ਪੰਜਾਬ ਦੇ ਵਿੱਚ ਨਾਮ ਹੈ, ਵੀ ਦੇਖੋ ਉਹ ਏਰੀਆ ਦੀ ਕਿੱਦਾਂ ਨੁਹਾਰ ਬਦਲੀ ਹੋਈ ਹੈ, ਕਿਹੜੀ ਗਲੀ, ਕਿਹੜਾ ਮਹੱਲਾ, ਕਿਹੜਾ ਪਾਰਕ ਜਿੱਥੇ ਡਿਵੈਲਪਮੈਂਟ ਨਹੀਂ ਹੋ ਰਹੀ ਹੈ। ਉਹ ਬੀਜੇਪੀ ਨੂੰ ਹੁਣ ਡਰ ਸਤਾ ਰਿਹਾ, ਇੱਕ ਕਿਸਾਨਾਂ ਦਾ ਪੰਜਾਬ ਦੇ ਵਿੱਚ ਜੋ ਕਿਸਾਨਾਂ ਨਾਲ ਪਿਛਲੇ 2 ਸਾਲ ਤੋਂ ਧੱਕੇ ਹੋ ਰਹੇ ਆ,
ਦੂਜਾ ਸ਼ਹਿਰ 'ਚ ਕੀਤਾ ਕੁਛ ਨਹੀਂ, ਪੰਜਾਬ 'ਚ ਕੀਤਾ ਕੁਛ ਨਹੀਂ। ਇਸ ਲਈ ਲੋਕਾਂ ਦਾ ਧਿਆਨ ਭਟਕਾਉਣ ਲਈ ਕਦੀ ਧਰਨੇ, ਕਦੀ ਪ੍ਰਦਰਸ਼ਨ, ਕਦੀ ਬਲੇਮ ਲਾਣੇ ਬੜੇ ਸੌਖੇ ਆ। ਬਲੇਮ ਉੱਤੇ ਹੀ ਲੱਗਦੇ ਹੁੰਦੇ ਜਿਹੜਾ ਕੁਝ ਕਰਦਾ ਹੈ। ਜਿਹਨੇ ਘਰ ਬੈਠੇ ਰਹਿਣਾ, ਕੋਈ ਕੰਮ ਹੀ ਨਹੀਂ, ਡਿਵੈਲਪਮੈਂਟ ਹੀ ਨਹੀਂ ਕਰਨੇ, ਉੱਤੇ ਕੋਈ ਕੀ ਬਲੇਮ ਲਾ ਲੂਗਾ। ਅੱਜ ਭਾਰਤ ਭੂਸ਼ਣ ਆਸ਼ੂ ਜੀ ਡਿਵੈਲਪਮੈਂਟ ਕਰਾ ਰਹੇ ਆ, ਲੁਧਿਆਣੇ ਲਈ ਕਰਾ ਰਹੇ। ਤੁਸੀਂ ਵੀ ਲੁਧਿਆਣੇ ਰਹਿੰਦੇ ਹੋ, ਮੈਂ ਵੀ ਲੁਧਿਆਣੇ ਰਹਿੰਦਾ, ਸਾਰੀ ਜਨਤਾ ਦਾ ਭਲਾ ਹੋ ਰਿਹਾ, ਕੋਈ ਇਕੱਲਾ ਆਪਣੇ ਘਰ ਦਾ ਬਿਲਕੁਲ ਕੰਮ ਨਹੀਂ ਡਿੰਪਲ ਜੀ, ਕਰ ਆਪਾਂ ਦੇਖੋ ਜਿਸ ਤਰ੍ਹਾਂ ਕੀ ਬੜੀ ਮੰਦਭਾਗੀ ਘਟਨਾ ਹੋਈ ਹੈ। ਜ਼ਰੂਰ ਤੁਹਾਨੂੰ ਨਾਲ ਜਵਾਬ ਦੇਣਾ ਚਾਹੂੰਗਾ ਡਿੰਪਲ ਜੀ। ਅਭਿਸ਼ੇਕ ਜੀ ਗੱਲ ਇਸ ਤਰ੍ਹਾਂ ਡਿਵੈਲਪਮੈਂਟ ਦੀ ਗੱਲ ਕੀਤੀ ਹੈ, ਤੁਸੀਂ ਪਿੱਛੇ ਇੱਕ ਡਿਬੇਟ ਕੀਤੀ ਸੀ ਇਸ ਡਿਵੈਲਪਮੈਂਟ ਦੇ ਮੁੱਦੇ ਨੂੰ ਲੈ ਕੇ। 45 ਮਿੰਟ ਦੀ ਇੱਕ ਬਾਰਿਸ਼ ਹੋਈ ਸੀ ਰਾਣਾ ਜੀ, ਸ਼ਾਇਦ ਤੁਹਾਡੇ ਉਹ ਰੂਬਰੂ ਜ਼ਰੂਰ ਹੋਏਗੀ ਉਹ ਡਿਬੇਟ। ਉਸਨੇ ਉਹਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਸਾਰੀ ਜਗ੍ਹਾ ਤੇ ਕਿੰਨਾ ਜ਼ਿਆਦਾ ਪਾਣੀ ਖੜਾ ਹੋ ਗਿਆ। ਜਗ੍ਹਾ ਜਗ੍ਹਾ ਤੇ ਜਿਹੜੀ ਸੜਕਾਂ ਸੀ, ਨਵੀਆਂ ਬਣੀਆਂ ਸੜਕਾਂ ਜਿਹੜੀਆਂ ਆਪਾਂ ਕਹਿ ਸਕਦੇ ਕਿਤਾਬਾਂ 'ਚ ਬਣ ਗਈਆਂ, ਉਹ ਵੀ ਉੱਥੇ ਧੱਸ ਕੇ ਨੀਚੇ ਚਲੀਆਂ ਔਰ ਗੱਡੀਆਂ ਉਹਦੇ ਵਿੱਚ ਫਸ ਗਈਆਂ। ਇਹਦੀ ਰੂਬਰੂ ਲਾਈਵ ਜਿਹੜੀਆਂ ਤਸਵੀਰਾਂ ਹੈ, ਇਹ ਪੱਤਰਕਾਰ ਸਾਹਿਬਾਨ ਅਭਿਸ਼ੇਕ ਜੀ ਨੇ ਆਪਣੇ ਕੈਮਰੇ 'ਚ ਕੈਦ ਕੀਤੀਆਂ ਔਰ ਤੁਹਾਡੇ ਸਾਰਿਆਂ ਦੇ ਰੂਬਰੂ ਕੀਤੀਆਂ। ਔਰ ਜਿਹੜੀ ਡਿਵੈਲਪਮੈਂਟ ਦੀ ਤੁਸੀਂ ਗੱਲ ਕਰਦੇ ਹੋ, ਮੈਂ ਜੇ ਵੈਸਟ ਹਲਕੇ ਦੀ ਹੋਈ ਗੱਲ ਕਰਾਂ ਤਾਂ ਤੁਸੀਂ ਦੇਖੋ 2 ਲੇਅਰ ਵੈਲਿਆਂ ਦੇ ਉੱਪਰ ਤੁਸੀਂ 177 ਕਰੋੜ ਰੁਪਏ ਦਾ ਉੱਥੇ ਸਿਰਫ ਘਾਹ ਤੇ ਬੂਟੇ ਲਗਾ ਦਿੱਤੇ। ਮੈਂ ਰਾਣਾ ਜੀ ਤੁਸੀਂ ਵੀ ਦੇਖੋ ਸ਼ਿਵ ਜੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਮੁੱਦਾ ਸ਼ਿਵ ਜੀ ਇੱਕ ਮਿੰਟ ਰੁਕਿਓ। ਜਿਹਦਾ ਮੁੱਦਾ ਹੈਗਾ ਕਿ ਰਾਣਾ ਜੀ ਨੇ ਦੇਖੀ ਹੈ, ਲੇਕਿਨ ਰਾਣਾ ਜੀ ਨੂੰ ਇਹ ਗੱਲ ਦੇਣਾ ਜ਼ਰੂਰੀ ਹੈ। ਇੱਕ ਮਿੰਟ, ਚਾਹੇ ਉਹ ਕਾਂਗਰਸੀ ਹੈ, ਚਾਹੇ ਉਹ ਬੀਜੇਪੀ ਹੈ, ਚਾਹੇ ਉਹ ਅਕਾਲੀ ਦਲ ਹੈ, ਕਈ ਮਾਵਾਂ ਦੇ ਪੁੱਤ ਇਸ ਪ੍ਰੋਟੈਸਟ ਦੇ ਵਿੱਚ ਜ਼ਖਮੀ ਹੋਏ ਨੇ। ਔਰ ਇਸ ਹਰ ਵਾਰ ਇੱਕੋ ਵਾਰੀ ਗੱਲ ਕਹੀ ਜਾਂਦੀ ਹੈ ਕਿ ਬੜੀ ਮੰਦਭਾਗੀ ਘਟਨਾ ਹੋ ਜਾਂਦੀ ਹੈ, ਲੇਕਿਨ ਕੀ ਇਹ ਜਾਇਜ਼ ਹੈ? ਪੂਰੇ ਸ਼ਹਿਰ ਦਾ ਮਾਹੌਲ ਖਰਾਬ ਹੋ ਜਾਂਦਾ ਹੈ। ਪਰਮਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ? ਅਭਿਸ਼ੇਕ ਜੀ ਦੇਖੋ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਪੂਰਾ ਸ਼ਹਿਰ ਦਾ ਮਾਹੌਲ ਨਹੀਂ, ਇਹ ਬੀਜੇਪੀ ਤੇ ਕਾਂਗਰਸ ਦੀ ਇੱਕ ਕਨਸਪੀਰੇਸੀ ਹੈ ਜਿਹੜੀ ਹੁਣ ਜਗ ਜ਼ਾਹਿਰ ਹੋ ਰਹੀ ਹੈ ਕਿ ਇਹ ਪੂਰੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਜੋ ਬੀਜੇਪੀ ਚਾਹੁੰਦੀ ਹੈ ਵੀ ਰਾਸ਼ਟਰਪਤੀ ਸ਼ਾਸਨ ਪੰਜਾਬ 'ਚ ਲੱਗੇ, ਉਹਦੇ ਵਿੱਚ ਪੂਰੀ ਮਦਦ ਕਾਂਗਰਸ ਤੇ ਆਮ ਆਦਮੀ ਪਾਰਟੀ ਕਰ ਰਹੀ ਹੈ। ਅਗਰ ਤੁਸੀਂ ਸਾਹਨੇਵਾਲ ਦੀ ਰੈਲੀ ਦੇਖੋ ਜਾਂ ਮੋਗੇ ਦੀ ਰੈਲੀ ਦੇਖੋ, ਉੱਥੇ ਜਿਹੜੇ ਕਿਸਾਨਾਂ ਦੇ ਰੂਪ ਦੇ ਵਿੱਚ ਪ੍ਰੋਟੈਸਟ ਕਰਨ ਆਏ ਸੀ, ਬਕਾਇਦਾ ਅਕਾਲੀ ਦਲ ਵੱਲੋਂ ਫੋਟੋਆਂ ਦੇ ਨਾਲ ਉਹਨਾਂ ਦੇ ਅਹੁਦਿਆਂ ਦੇ ਨਾਲ ਲਿਸਟ ਜਾਰੀ ਕੀਤੀ ਗਈ ਵੀ ਇਹ ਸਾਰੇ ਜਿਹੜੇ ਬੰਦੇ ਸੀ ਕਾਂਗਰਸ ਦੇ ਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸੀ। ਅਗਰ ਤੁਸੀਂ ਲੁਧਿਆਣਾ ਇੰਪਰੂਵਮੈਂਟ ਟਰਸਟ ਦੀ ਗੱਲ ਕਰੋ, ਤੁਹਾਡੇ ਚੈਨਲ ਨੇ ਕਵਰ ਕੀਤਾ ਸੀ। ਦੇਖੋ ਡੈਮੋਕ੍ਰੇਸੀ ਹੈ, ਹਰੇਕ ਬੰਦੇ ਨੂੰ ਆਪਣਾ ਹੱਕ ਰੱਖਣ ਦੀ ਇੱਕ ਰਾਈਟ ਹੈ, ਪਰ ਉਹ ਹੱਕ ਸ਼ਾਂਤਮਈ ਤਰੀਕੇ ਨਾਲ ਹੋਣਾ ਚਾਹੀਦਾ ਹੈ। ਅਕਾਲੀ ਦਲ ਨੇ ਵੀ ਪੂਰੀ ਇੱਕ ਪ੍ਰੈਸ ਕਾਨਫਰੰਸ ਦਿੱਤੀ ਜਿਹਦੇ ਵਿੱਚ ਫੈਕਟ ਦੇ ਨਾਲ, ਰਿਕਾਰਡ ਦੇ ਨਾਲ ਗੱਲ ਰੱਖੀ। ਉਸ ਤੋਂ ਬਾਅਦ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜੇ ਮੰਤਰੀ ਭਾਰਤ ਭੂਸ਼ਣ ਆਸ਼ੂ ਸੀ, ਉਹਨਾਂ ਨੇ ਟਵੀਟ ਕਰਕੇ ਕਿਹਾ ਵੀ ਇਹ ਜਿਹੜੀ ਹੈਗੀ ਆ ਅਸੀਂ ਕੈਨਸਲ ਕਰ ਰਹੇ ਹਾਂ, ਜਿਹੜੀ ਲੁਧਿਆਣਾ ਇੰਪਰੂਵਮੈਂਟ ਟਰਸਟ ਨੇ ਆਕਸ਼ਨ ਕੀਤੀ ਆ। ਜਦੋਂ ਆਕਸ਼ਨ ਕੈਨਸਲ ਹੋ ਗਈ, ਚਲੋ ਭਾਰਤੀ ਜਨਤਾ ਪਾਰਟੀ ਨੇ ਤਾਂ ਤਾਲਾ ਲਾਇਆ, ਉਹ ਸਰਕਾਰੀ ਪ੍ਰਾਪਰਟੀ ਸੀ, ਉਹ ਸਰਕਾਰੀ ਪ੍ਰਾਪਰਟੀ ਨੂੰ ਵੀ ਤੋੜਿਆ ਗਿਆ, ਮਾਹੌਲ ਖਰਾਬ ਕੀਤਾ ਗਿਆ ਕਾਂਗਰਸ ਵੱਲੋਂ। ਉਸ ਤੋਂ ਬਾਅਦ ਜੋ ਇੱਕ ਪ੍ਰੋਟੈਸਟ ਦਾ ਰੂਪ ਇਹਨਾਂ ਨੇ ਕਰਨਾ ਸੀ, ਉੱਥੇ ਜੋ ਹੁੱਲੜਬਾਜ਼ੀ ਹੋਈ, ਜੋ ਸਾਡੇ ਭਰਾ ਮਾਵਾਂ ਦੇ ਪੁੱਤ ਜੋ ਇਸ ਕਨਸਪੀਰੇਸੀ ਦੇ ਵਿੱਚ ਜ਼ਖਮੀ ਹੋਏ, ਇਹ ਇੱਕ ਬੜੀ ਵੱਡੀ ਕਨਸਪੀਰੇਸੀ ਚੱਲ ਰਹੀ ਹੈ। ਲੁਧਿਆਣੇ ਸ਼ਹਿਰ ਦਾ ਨਹੀਂ, ਪੂਰੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਪਾਰਟੀਆਂ ਰਲ ਕੇ, ਕਿਉਂਕਿ 4.5 ਸਾਲ ਦੇ ਵਿੱਚ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ, ਇਹਨਾਂ ਦੀ ਰਾਜਨੀਤਿਕ ਜ਼ਮੀਨ ਖੁੱਸ ਚੁੱਕੀ ਹੈ। ਬੀਜੇਪੀ ਨੇ ਜੋ ਸਾਡੇ ਪੰਜਾਬ ਦੇ ਨਾਲ ਵਿਤਕਰਾ ਕੀਤਾ, ਸਾਡੇ ਕਿਸਾਨ ਭਰਾਵਾਂ ਨਾਲ ਵਿਤਕਰਾ ਕੀਤਾ, ਜੋ ਉੱਥੇ ਦਿੱਲੀ ਬੈਠੇ ਨੇ, ਕਿੰਨੇ ਸਾਡੇ ਕਿਸਾਨ ਭਰਾ ਸ਼ਹੀਦ ਹੋਏ ਨੇ, ਇਹਨਾਂ ਦੋਨਾਂ ਪਾਰਟੀਆਂ ਨੂੰ ਹੁਣ ਲੋਕੀ ਮੂੰਹ ਲਾ ਕੇ ਰਾਜੀ ਨਹੀਂ ਹੈ। ਇਸ ਕਰਕੇ ਇਹਨਾਂ ਦਾ ਮੇਨ ਮਕਸਦ ਹੁਣ ਇਹੀ ਰਹਿ ਗਿਆ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਪੁੱਛਣਾ ਨਹੀਂ, ਇਹਦਾ ਮਾਹੌਲ ਖਰਾਬ ਕੀਤਾ ਜਾਵੇ, ਕੋਈ ਨਾ ਕਿਸੇ ਤਰੀਕੇ ਨਾਲ ਮਾਹੌਲ ਖਰਾਬ ਕਰਕੇ ਜਿਹੜੀ ਭਾਈਚਾਰਕ ਸਾਂਝ ਹੈ ਖਰਾਬ ਕਰਕੇ ਰਾਸ਼ਟਰਪਤੀ ਸ਼ਾਸਨ ਲਵਾਇਆ ਜਾਵੇ। ਮੈਂ ਮੇਨ ਪਾਰਟੀਆਂ ਤੋਂ ਇੱਕ ਸਵਾਲ ਪੁੱਛਣਾ ਚਾਹੂੰਗਾ। ਚਲੋ ਆਪਾਂ ਕਹਿੰਦੇ ਆ ਕਿ ਸ਼ਰਾਰਤੀ ਤੱਤਵ ਵੱਡ ਜਾਂਦੇ ਆ, ਕਿੱਥੋਂ ਸ਼ਰਾਰਤੀ ਤੱਤਵ ਆਉਂਦੇ ਆ? ਕਿ ਚਾਹੇ ਜਿੱਦਾਂ ਹੁਣੇ ਪਥਰਾਵਬਾਜ਼ੀ ਹੋਈ, ਚਾਹੇ ਕਈ ਜ਼ਖਮੀ ਵੀ ਹੋਏ ਨੇ, ਕੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ? ਕਿਉਂਕਿ ਜਿਸ ਤਰ੍ਹਾਂ ਕਿ ਜਿਹੜੇ ਕਿ ਸ਼ਰਾਰਤੀ ਤੱਤਵ ਵਿੱਚ ਵੜੇ, ਜਿੱਦਾਂ ਕਿ ਇਹਨਾਂ ਨੇ ਫੋਟੋਆਂ ਜ਼ਾਹਿਰ ਕੀਤੀਆਂ ਉਹਨਾਂ, ਕਿਉਂਕਿ ਕੀ ਉਹ ਕਾਂਗਰਸੀ ਹੈ, ਕੀ ਉਹ ਅਕਾਲੀ ਦਲ ਹੈ, ਕੀ ਉਹ ਬੀਜੇਪੀ ਵਾਲੇ ਨੇ, ਕੀ ਉਹਦੇ ਵਿੱਚ ਕੋਈ ਤੁਸੀਂ ਇਨਵੈਸਟੀਗੇਸ਼ਨ ਕੀਤੀ? ਕਿਉਂਕਿ ਇੱਕ ਨੁਮਾਇੰਦੇ ਹੋ ਜਿਹੜੇ ਤੁਹਾਡੇ ਯੂਥ ਦੇ, ਚਾਹੇ ਯੋਗੇਸ਼ ਹਾਂਡਾ ਜੀ ਹੈਗੇ ਨੇ, ਉਹ ਵੀ ਨੁਮਾਇੰਦੇ ਨੇ, ਉਹਨਾਂ ਦੇ ਨੁਮਾਇੰਦੇ ਦੇ ਵਿੱਚ ਜਿਹੜੀ ਹੈਗੀ ਹੈ ਪੂਰੀ ਯੂਥ ਚੱਲਦੀ ਹੈ, ਕਿ ਉਹਨਾਂ ਤੋਂ ਪੁੱਛਿਆ ਜਾਂਦਾ ਹੈ? ਸਿਰੂ ਜੀ ਕੀ ਤੁਹਾਡੇ ਵੱਲੋਂ ਜਿਹੜੇ ਤੁਹਾਡੇ ਯੂਥ ਦੇ ਹੈਗੇ ਨੇ, ਕਿ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਇਹ ਯੂਥ ਕਿੱਥੋਂ ਆਇਆ, ਇਹ ਕੌਣ ਹੈ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਐਸਿਡ ਦੀ ਬੋਤਲਾਂ ਨੇ? ਚਾਹੇ ਉਹ ਅਭਿਸ਼ੇਕ ਜੀ, ਮੈਂ ਤੁਹਾਨੂੰ ਇੱਕ ਸਵਾਲ ਤੁਹਾਡਾ ਬਿਲਕੁਲ ਠੀਕ ਹੈ ਕਿ ਮੈਨੂੰ ਇਹ ਦੱਸੋ ਕਿ ਜਿਹੜਾ ਵੀ ਰੋਸ ਪ੍ਰਦਰਸ਼ਨ ਜਾਂ ਕੋਈ ਵੀ ਅਸੀਂ ਧਰਨਾ ਕਰਨ ਜਾਂਦੇ ਆ, ਉਹ ਕਿਸੇ ਨਾ ਕਿਸੇ ਇੱਕ ਬੈਨਰ ਥੱਲੇ ਔਰ ਕਿਸੇ ਸਮੁੱਚੀ ਲੀਡਰਸ਼ਿਪ ਦੇ ਥੱਲੇ ਹੁੰਦਾ, ਇਹ ਤੁਸੀਂ ਸਾਰੇ ਜਾਣਦੇ ਹੋ। ਮੈਂ ਸਮਝਦਾ ਕਿ ਜੇ ਉਦੋਂ ਯੂਥ ਕਾਂਗਰਸ ਦਾ ਉਸ ਦਿਨ ਆਏ,
ਤੁਸੀਂ ਆਪਾਂ ਕਹਿੰਦੇ ਆ ਕਿ ਉਸ ਦਿਨ ਜਿਹੜੇ ਯੋਗੇਸ਼ ਹਾਂਡਾ ਜੀ ਨੇ ਸਾਡਾ ਆਪਣਾ ਲੁਧਿਆਣਾ ਕਾਂਗਰਸ ਦੇ ਯੂਥ ਦੇ ਪ੍ਰੈਜ਼ੀਡੈਂਟ ਨੇ, ਉਸ ਦਿਨ ਉਹ ਜਿੰਨੇ ਜਣਿਆਂ ਨੂੰ ਇਕੱਠੇ ਲੈ ਕੇ ਆਏ ਤਾਂ ਉਹਨਾਂ ਦੇ ਬੈਨਰ ਥੱਲੇ ਹੀ ਉਹੀ ਉਹਨਾਂ ਦੇ ਨਾਲ ਲੈ ਕੇ ਆਏ ਨੇ। ਉਹਨਾਂ ਨੂੰ ਪਤਾ ਹੈ, ਉਹ ਆਈ ਸਾਈਡ ਤੋਂ ਦੇਖ ਸਕਦੇ ਹੋਣਗੇ ਕਿ ਸਾਡੇ ਨਾਲ ਕਿਹੜੇ ਕਿਹੜੇ ਜੁੜੇ ਨੇ ਅੰਸਾਰੀ ਤੱਤਵ ਜਿਹੜੇ ਕਿ ਇਸ ਮਾਹੌਲ ਨੂੰ ਵਿਗਾੜਨਾ ਚਾਹੁੰਦੇ ਸੀ। ਉਹ ਜਦੋਂ ਉਧਰ ਹਜੂਮ ਤੁਰਿਆ ਆਇਆ ਵਿੱਚ ਆ ਕੇ ਰਲ ਗਏ, ਉਹ ਰਲ ਨਹੀਂ ਗਏ, ਉਹ ਪਹਿਲਾਂ ਤੋਂ ਹੀ ਤਿਆਰੀਆਂ ਕਰਕੇ ਰੱਖੇ ਹੁੰਦੇ ਨੇ, ਜਦੋਂ ਤੁਰਦੇ ਨੇ ਤਾਂ ਵਿੱਚ ਲੈ ਕੇ ਆ ਜਾਂਦੇ ਨੇ। ਤੁਸੀਂ ਇਹ ਦੇਖੋ, ਆਂਦੇ ਸਾਰ ਉਹਨਾਂ ਨੇ ਸਿਰਫ ਨਾਅਰੇਬਾਜ਼ੀ ਕੀਤੀ, ਨਾਅਰੇਬਾਜ਼ੀ ਕਰਨ ਤੋਂ ਬਾਅਦ ਨਾਲੋਂ ਨਾਲ ਉਹਨਾਂ ਨੇ ਉਹਦੇ ਉੱਪਰ ਅਟੈਕ ਕਰਨਾ ਸ਼ੁਰੂ ਕਰ ਦਿੱਤਾ। ਤਸਵੀਰਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਸਿਰਫ ਤੇ ਸਿਰਫ ਗੱਲ ਇਹੀ ਹੈ ਕਿ ਜਦੋਂ ਆਪਾਂ ਹਜੂਮ ਲੈ ਕੇ ਤੁਰਨਾ ਉਦੋਂ ਸਾਡੇ ਨਾਲ ਕਿੰਨੇ ਬੰਦੇ ਨੇ, ਔਰ ਜਦੋਂ ਵਿੱਚ ਜੁੜ ਜਾਂਦੇ ਨੇ ਉਦੋਂ ਕਈ ਬੰਦੇ ਕਿੱਥੋਂ ਆ ਜਾਂਦੇ ਨੇ। ਇਹ ਬੰਦੇ ਪਹਿਲਾਂ ਤੋਂ ਹੀ ਇੱਕ ਪਲੈਨਿੰਗ ਦੇ ਤੌਰ ਤੇ ਲੈ ਕੇ ਆਏ ਜਾਂਦੇ ਨੇ, ਉਹਨਾਂ ਨੂੰ ਪਹਿਲਾਂ ਹੀ ਸਿਖਾਇਆ ਜਾਂਦਾ ਹੈ ਕਿ ਅਸੀਂ ਆਹ ਕੁਝ ਕਰਨਾ ਤੇ ਪਲੈਨਿੰਗ ਦੇ ਤਹਿਤ ਲੈ ਆਏ ਜਾਂਦੇ ਨੇ। ਅਭਿਸ਼ੇਕ ਜੀ ਮੇਰੀ ਬੇਨਤੀ ਸੁਣ, ਇਹ ਸ਼ੇਰੂ ਜੀ ਜਿਹੜੀਆਂ ਗੱਲਾਂ ਕਰ ਰਹੇ ਆ, ਸੱਚਾਈ ਇਹਨਾਂ ਨੂੰ ਵੀ ਪਤਾ ਹੈ ਵੀ ਕੋਈ ਇੰਪਰੂਵਮੈਂਟ ਟਰਸਟ ਦੀ ਜਗ੍ਹਾ ਦਾ ਤਾਂ ਕੋਈ ਰੋਲਾ ਹੀ ਹੈ ਨਹੀਂਗਾ। ਇਹ ਤਾਂ ਇੱਕ ਮੁੱਦਾ ਬਣਾਇਆ ਗਿਆ, ਇੱਕ ਬਹਾਨਾ ਬਣਾਇਆ ਗਿਆ ਸਿਰਫ ਕਾਂਗਰਸੀਆਂ ਨੂੰ ਟਾਰਗੇਟ ਕਰਨ ਦੇ ਲਈ। ਜੇ ਬਾਕੀ ਲੋਕਾਂ ਦਾ ਦਰਦ ਸੀ, ਪੰਜਾਬ ਦੇ ਲੋਕਾਂ ਦਾ ਇਹਨਾਂ ਨੂੰ ਫਿਕਰ ਹੈ, ਤੇ ਗੈਸ ਏਜੰਸੀਆਂ ਤੇ ਤਾਲੇ ਲਾਉਂਦੇ, ਇੰਡੀਅਨ ਆਇਲ ਦੇ ਪੈਟਰੋਲ ਪੰਪਾਂ ਤੇ ਲਾਉਂਦੇ ਤਾਲੇ। ਇਹ ਡੀਜ਼ਲ ਜਿਹੜਾ 100 ਰੁਪਏ ਲੀਟਰ ਅੱਜ ਪੰਜਾਬ ਦੇ ਕਿਸਾਨ ਜਾਂ ਦੁਕਾਨਦਾਰ ਲੈ ਰਹੇ, ਉੱਥੇ ਤਾਲੇ ਲਾਉਂਦੇ। ਉੱਥੇ ਤਾਂ ਕਦੀ ਨਹੀਂ ਬੋਲੇ, ਉੱਥੇ ਤਾਂ ਮੂੰਹ ਤੇ ਬੈਂਡਡ ਲੱਗੀ ਹੋਈ ਹੈ ਇਹਨਾਂ ਦੇ ਵੀ ਲੋਕਾਂ ਨੂੰ ਲੁੱਟੋ ਤੇ ਰਾਣਾ ਜੀ ਮੇਰੀ ਬੇਨਤੀ ਸਮਝੋ ਕਿ ਜੇ ਆਪਾਂ ਚਲੋ ਅੱਜ ਜੇ ਪੈਟਰੋਲ ਦੇ ਮੁੱਦੇ, ਮੈਂ ਸਿਰਫ ਤੁਹਾਨੂੰ ਇੰਨੀ ਗੱਲ ਕਹੂੰਗਾ ਕਿ ਅਗਲੀ ਚਾਹੇ ਡਿਬੇਟ ਤੇ ਚਾਹੇ ਅੱਜ ਜਿੱਦਾਂ ਤੁਹਾਨੂੰ ਠੀਕ ਲੱਗਦਾ ਹੈ, ਤੁਸੀਂ ਇੱਕ ਸਿਰਫ ਪੰਜਾਬ ਸਰਕਾਰ ਦੇ ਉੱਪਰ ਜਿਹੜੇ ਵੈਟ ਲਗਾਏ ਹੋਏ ਨੇ, ਕਿਰਪਾ ਕਰਕੇ ਉਹਨਾਂ ਵੱਲ ਧਿਆਨ ਦੇ ਕੇ ਇੱਕ ਵਾਰ ਜ਼ਰੂਰ ਬੈਠੀਓ ਕਿ ਬਾਕੀ ਸਟੇਟ ਨਾਲੋਂ ਜਿਹੜੇ ਤੁਹਾਡੇ ਆਪਣੇ ਪੰਜਾਬ ਸਰਕਾਰ ਵੱਲੋਂ ਲਗਾਏ ਹੋਏ ਵੈਟ ਨੇ ਉਹ ਵੀ ਦੇਖਿਓ। ਆਪਾਂ ਉੱਤੇ ਵੀ ਬੈਠ ਜਾਾਂਗੇ ਮੇਰੀ ਤੁਹਾਨੂੰ ਸ਼ੇਰੂ ਜੀ। ਲੇਕਿਨ ਅੱਜ ਦਾ ਮੇਨ ਅਹਿਮ ਹੈ ਜੀ ਇਹਦੇ ਵਿੱਚ ਇੱਕ ਗੱਲ ਬੜੀ ਸੋਚਣ ਵਾਲੀ ਹੈ ਵੀ ਮੇਰੇ ਦੋਨੋਂ ਭਰਾਵਾਂ ਨੇ ਕਿਹਾ ਵੀ ਜਿਹੜਾ ਇਹ ਪ੍ਰੋਟੈਸਟ ਹੋਇਆ ਇਹਦੇ ਵਿੱਚ ਪੂਰੇ ਲੁਧਿਆਣੇ ਸ਼ਹਿਰ ਦੀ ਪੁਲਿਸ ਪ੍ਰਸ਼ਾਸਨ ਲੱਗੀ ਹੋਈ ਸੀ। ਮੈਂ ਸੋਚਦਾ ਵੀ ਇਹ ਜਿਹੜੇ ਪੁਲਿਸ ਪ੍ਰਸ਼ਾਸਨ ਦਾ ਬੜਾ ਵੱਡਾ ਫੇਲਿਅਰ ਹੈ, ਜਦੋਂ ਉਹਨਾਂ ਨੂੰ ਪਤਾ ਸੀ ਵੀ ਐਡਾ ਹਜੂਮ ਇਕੱਠਾ ਹੋਇਆ ਹੈ। ਜੇ ਤਾਂ ਕੋਈ ਸਾਡੇ ਵਿਦਿਆਰਥੀ ਭਰਾ ਪ੍ਰੋਟੈਸਟ ਕਰਨ ਜਾਂਦੇ ਨੇ ਜਾਂ ਕੋਈ ਕਿਸਾਨ ਭਰਾ ਪ੍ਰੋਟੈਸਟ ਕਰਦੇ, ਕੋਈ ਟੀਚਰ ਕਰਦੇ ਆ, ਉਹਨਾਂ ਨੂੰ ਅੱਧਾ ਕਿਲੋਮੀਟਰ ਦੂਰ ਹੀ ਰੋਕ ਦਿੱਤਾ ਜਾਂਦਾ ਹੈ ਫੋਰਸ ਵੱਲੋਂ। ਕਿ ਜਦੋਂ ਪਤਾ ਸੀ ਵੀ ਇੱਥੇ ਏਦਾਂ ਦਾ ਸਿਸਟਮ ਬਣ ਰਿਹਾ ਹੈ ਕਿ ਪੁਲਿਸ ਵਾਲਿਆਂ ਦਾ ਫਰਜ਼ ਨਹੀਂ ਬਣਦਾ ਸੀ ਵੀ ਉਹਨਾਂ ਨੂੰ ਪਹਿਲਾਂ ਹੀ ਰੋਕ ਦਿੱਤਾ ਜਾਵੇ। ਤੁਸੀਂ ਬੈਰਾਗੇਟਿੰਗ ਦਾ ਹਾਲ ਦੇਖੋ, ਜਿੱਥੇ ਬੀਜੇਪੀ ਦਾ ਦਫ਼ਤਰ ਆ ਉਹਦੇ ਤੋਂ 10 ਮੀਟਰ ਕੀ 5 ਮੀਟਰ ਦੂਰ ਤੇ ਬੈਰਾਗੇਟਿੰਗ ਲਗਾਈ ਗਈ ਹੈ। ਇਹ ਇੱਕ ਬੜੀ ਵੱਡੀ ਕਨਸਪੀਰੇਸੀ ਸੀ। ਜੇ ਪੁਲਿਸ ਪ੍ਰਸ਼ਾਸਨ ਚਾਹੁੰਦੀ ਤਾਂ ਕਾਂਗਰਸ ਦੇ ਜਿਹੜੇ ਆਪਣੀ ਰੈਲੀ ਕੱਢ ਰਹੇ ਸੀ ਉਹਨਾਂ ਨੂੰ ਕਾਂਗਰਸ ਦਫ਼ਤਰ ਦੇ ਬਾਹਰ ਹੀ ਰੋਕਿਆ ਜਾ ਸਕਦਾ ਸੀ, ਤਾਂ ਕਿ ਇਦਾਂ ਦਾ ਜਿਹੜਾ ਹਿੰਸਕ ਪ੍ਰੋਟੈਸਟ ਹੈ ਮਾਹੌਲ ਖਰਾਬ ਨਾ ਹੁੰਦਾ ਲੁਧਿਆਣੇ ਸ਼ਹਿਰ ਦਾ। ਸਾਡੇ ਭਰਾ ਜਿਹੜੇ ਜ਼ਖਮੀ ਹੋਏ ਨੇ, ਮੈਨੂੰ ਇਹ ਬੜਾ ਦੁੱਖ ਹੈ ਵੀ ਨਾ ਤਾਂ ਪੰਜਾਬ ਸਰਕਾਰ ਨੇ ਨਾ ਤੇ ਬੀਜੇਪੀ ਨੇ ਜਿਹੜੇ ਆਪਣੇ ਬੈਨਰ ਥੱਲੇ ਨੌਜਵਾਨਾਂ ਨੂੰ ਲੈ ਕੇ ਗਏ, ਉਹਨਾਂ ਦੇ ਮਾਵਾਂ ਨੇ ਉਹਨਾਂ ਦੇ ਫੈਮਲੀਆਂ ਦੇ ਕੋਲ ਜਾ ਕੇ ਕੋਈ ਇਹਨਾਂ ਨੇ ਮਦਦ ਕੀਤੀ, ਕੋਈ ਕਿਸੇ ਦਾ ਹਾਲ ਚਾਲ ਪੁੱਛਿਆ। ਅੱਜ ਟੀਵੀ ਤੇ ਕਹਿਣਾ ਬੜਾ ਸੌਖਾ ਹੈ ਕਿ ਮਾਵਾਂ ਦੇ ਪੁੱਤ ਜਿਹੜੇ ਜ਼ਖਮੀ ਹੋਏ ਨੇ, ਪਰ ਉਹ ਮਾਵਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਪੁੱਤ ਕਮਾਈ ਲਈ ਕਿਤੇ ਜਾਂਦੇ ਨੇ, ਪਰ ਉਹਨਾਂ ਨੂੰ ਇਹ ਜਿਹੇ ਹਜੂਮ 'ਚ ਲੈ ਕੇ ਜਾਇਆ ਜਾਂਦਾ ਹੈ ਤੇ ਜਦੋਂ ਜ਼ਖਮੀ ਹੋ ਜਾਂਦੇ ਉਹਨਾਂ ਦਾ ਹਾਲ ਚਾਲ ਕੋਈ ਪੁੱਛਣ ਵਾਲਾ ਨਹੀਂ ਹੁੰਦਾ। ਜੀ ਬਿਲਕੁਲ, ਇਹਦੇ ਉੱਤੇ ਕਈ ਤਰ੍ਹਾਂ ਦੇ ਮੈਂ ਨਾ ਇੱਕ ਗੱਲ ਜਿਹੜੀ ਹੈ, ਮੈਂ ਡਿੰਪਲ ਰਾਣਾ ਜੀ ਨੂੰ ਜੀ ਇੱਕ ਮਿੰਟ, ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਗਈ ਹੈ ਇਹਨਾਂ ਵੱਲੋਂ, ਪੁਲਿਸ ਪ੍ਰਸ਼ਾਸਨ ਦੇ ਉੱਤੇ ਗੱਲ ਕੀਤੀ ਗਈ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਬੀਜੇਪੀ ਦੇ ਵਰਕਰਾਂ ਨੂੰ ਪੁੱਛਿਆ ਕਿ ਉਹ ਕੌਣ ਸੀ, ਕਿ ਕਾਂਗਰਸ ਦੇ ਵਰਕਰਾਂ ਨੂੰ ਪੁੱਛਿਆ ਕਿ ਉਹ ਕੌਣ ਸੀ, ਇਹ ਕਿੱਥੋਂ ਸ਼ਰਾਰਤੀ ਤੱਤਾਂ ਆਏ ਸੀ। ਇਹਦਾ ਜਵਾਬ ਤੁਸੀਂ ਦੇ ਪਾਓਗੇ ਜੀ ਸ਼ੇਰੂ ਜੀ? ਮੈਂ ਸਿਰਫ ਇੰਨੀ ਹੀ ਗੱਲ ਕਹਿਣਾ, ਮੈਂ ਪਹਿਲਾਂ ਵੀ ਕਿਹਾ ਕਿ ਜਿਹੜਾ ਵੀ ਕੋਈ ਰੋਸ ਧਰਨਾ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਹੈ, ਉਹ ਜਿਹੜੀ ਸਮੂਚੀ ਲੀਡਰਸ਼ਿਪ ਹੈ ਉਹੀ ਇਕੱਠਾ ਕਰਕੇ ਲੈ ਕੇ ਆਉਂਦੀ ਹੈ। ਹਮੇਸ਼ਾ ਕਾਲ ਉਹਨਾਂ ਵੱਲੋਂ ਹੀ ਜਾਂਦੀ ਹੈ, ਚਾਹੇ ਕਿਸੇ ਦੇ ਵੀ ਕਾਲ ਹੋਵੇ। ਅਸੀਂ ਦੇਖ ਲਿਆ ਕਿ ਉਹਦੇ 'ਚ ਜਿਹੜੇ ਚੰਗੇ ਮਾੜੇ ਕਿਹੜੇ ਲੋਕ ਹੁੰਦੇ ਨੇ। ਪਰ ਮੈਂ ਇੱਕ ਸਨੀ ਜੀ ਨੂੰ ਜਿਹੜੇ ਕਿ ਅਕਾਲੀ ਦਲ ਤੋਂ ਨੇ, ਡਿੰਪਲ ਰਾਣੇ ਸਤਿਕਾਰਯੋਗ ਮੇਰੇ ਵੱਡੇ ਭਰਾ ਜਿਹੜੇ ਕਾਂਗਰਸ ਤੋਂ ਨੇ, ਸਟਾਰਟਿੰਗ ਤੋਂ ਇੱਕੋ ਹੀ ਗੱਲ ਚੱਲੀ ਕਿ ਮੰਦਭਾਗੀ ਵਾਲੀ ਘਟਨਾ ਹੋਗੀ। ਸਾਡੀ ਸਮੁੱਚੀ ਲੀਡਰਸ਼ਿਪ ਇਹਦੇ ਉੱਪਰ ਬੜਾ ਰੋਸ ਜ਼ਾਹਿਰ ਕਰ ਰਹੀ ਹੈ, ਬੜਾ ਇਹਦੇ ਤੇ ਨੈਗੇਟਿਵ ਫੀਲ ਹੋ ਰਿਹਾ ਕਿ ਇਹ ਗਲਤ ਕੰਮ ਹੋ ਗਿਆ। ਫਿਰ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਡਿੰਪਲ ਰਾਣਾ ਜੀ ਤੁਸੀਂ ਸਤਿਕਾਰਤ ਹੋ, ਕੱਲ ਸਵੇਰੇ ਸਾਡੇ ਨਾਲ ਚੱਲਦੇ ਆ ਆਪਾਂ। ਜਿਹੜੇ ਕਾਂਗਰਸ ਦੇ ਜਿਹੜੇ ਇਹਨਾਂ ਨੇ ਸਾਡੇ ਨਵੀਨ ਸੈਣੀ ਦੇ ਉੱਪਰ ਜਿਹੜਾ ਇਹਨਾਂ ਕੀ ਆਤਮੀ ਹਮਲਾ ਹੋਇਆ ਹੈ, ਉਹਦੇ ਉੱਪਰ ਅਸੀਂ FIR ਦਰਜ ਜਿਹੜੀ ਹੈ ਕਰਵਾਣੀ ਹੈ। ਉਹ ਤੁਸੀਂ ਸਾਡੇ ਨਾਲ ਚੱਲ ਕੇ ਇਸ ਦੇ ਵਿੱਚ FIR ਦਰਜ ਕਰਾਓ, ਜਿਨ੍ਹਾਂ ਨੇ ਉੱਪਰ ਇਹਨੇ ਐਸਿਡ ਦੀਆਂ ਬੋਤਲਾਂ ਮਾਰੀਆਂ, ਜਿਨ੍ਹਾਂ ਨੇ ਆ ਕੇ ਇੱਟਾਂ ਪੱਥਰ ਮਾਰੇ ਨੇ। ਕਿਆ ਤੁਸੀਂ ਉਹਦੇ ਖਿਲਾਫ ਸਾਡੇ ਨਾਲ ਚੱਲ ਕੇ FIR ਦਰਜ ਕਰਵਾਓਗੇ DC ਦਫ਼ਤਰ ਦੇ ਬਾਹਰ? ਸ਼ੇਰੂ ਜੀ ਮੈਂ ਦੇਖੋ, ਚਾਹੇ ਕੋਈ ਕਾਂਗਰਸ ਦਾ ਕਾਰਜਕਰਤਾ ਚਾਹੇ ਬੀਜੇਪੀ ਦਾ, ਮੇਰੇ ਲਈ ਓਡਾ ਹੀ ਸਨਮਾਨ ਬੀਜੇਪੀ ਦੇ ਵਰਕਰਾਂ ਦਾ ਹੈ, ਓਡਾ ਹੀ, ਕਿਉਂਕਿ ਅਸੀਂ ਸਾਰੇ ਲੁਧਿਆਣਾ ਦੇ ਵਾਸੀ ਹਾਂ।
ਹਰ ਇੱਕ ਦਾ ਮੈਂ ਸਤਿਕਾਰ ਕਰਦਾ, ਚਾਹੇ ਦੋਹਾਂ ਪਾਰਟੀਆਂ ਚੋਂ ਕਿਸੇ ਵੀ ਸਾਥੀ ਦੇ ਸੱਟ ਚੋਟ ਲੱਗੀ ਹੈ, ਬੜੀ ਮਾੜੀ ਗੱਲ ਹੈ ਔਰ ਮੈਂ ਇਸ ਦੀ ਨਿਖੇਧੀ ਕਰਦਾ ਵੀ ਜੋ ਵੀ ਹੋਇਆ ਬਹੁਤ ਮਾੜਾ ਹੋਇਆ। ਔਰ ਉਸ ਦੇ ਨਾਲ ਨਾਲ ਮੈਂ ਆਪਣੇ ਵੀਰ ਨੂੰ ਬੇਨਤੀ ਕਰੂੰਗਾ ਵੀ ਇਹਨੂੰ ਆਪਾਂ ਪੋਜ਼ਿਟਿਵ ਵੇ ਵੱਲ ਲੈ ਕੇ ਜਾਈਏ। ਜਿਹੜਾ ਨੌਜਵਾਨਾਂ ਦੇ ਵਿੱਚ ਇੱਕ ਰੋਸ਼ ਹੈ, ਆਪਾਂ ਸ਼ਹਿਰ ਦਾ ਜਿਹੜਾ ਆਪਣੀ ਭਾਈਚਾਰਾ, ਸ਼ਹਿਰ ਦੀ ਡਿਵੈਲਪਮੈਂਟ ਵੱਲ ਧਿਆਨ ਦਈਏ। ਇਹ ਚੀਜ਼ਾਂ ਬਜਾਏ ਆਪਾਂ ਰੋਸ਼ ਪ੍ਰਦਰਸ਼ਨ, ਰੈਲੀਆਂ, ਧਰਨੇ, ਇਹਨਾਂ ਨੂੰ ਛੱਡ ਕੇ ਸ਼ਹਿਰ ਦੀ ਤਰੱਕੀ ਵੱਲ ਆਪਾਂ ਧਿਆਨ ਦਈਏ ਸਾਰੇ। ਸਰ ਨੂੰ ਬਿਲਕੁਲ ਸਨੀ ਜੀ, ਕੀ ਕਹਿਣਾ ਚਾਹੋਗੇ? ਸ਼ੇਖ ਜੀ ਮੇਰੀ ਗੱਲ ਸੁਣੋ, ਰੋਸ਼ ਤਾਂ ਆਪਣੇ ਆਪ ਨੌਜਵਾਨਾਂ 'ਚ ਹੋਣਾ। ਘਰ ਘਰ ਨੌਕਰੀ ਦਾ ਵਾਅਦਾ ਜਿਨ੍ਹਾਂ ਨੂੰ ਕੀਤਾ, 4.5 ਸਾਲ ਹੋ ਗਏ ਨੌਕਰੀ ਮਿਲੀ ਨਹੀਂ। ਜਿਨ੍ਹਾਂ ਨੂੰ ਭੱਤਾ ਦੇਣਾ ਸੀ ਕਿ ਜੇ ਨੌਕਰੀ ਨਾ ਮਿਲੀ ਤੁਹਾਨੂੰ ਭੱਤਾ ਮਿਲੇਗਾ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ। ਮਹਿੰਗਾਈ ਇੰਨੀ ਹੋ ਗਈ ਹੈ, ਲੋਕ ਤਰਾਹ ਹੋਏ ਪਏ ਨੇ, ਤੇ ਉਹਨਾਂ ਨੂੰ ਨੈਗੇਟਿਵ ਵੇਵ ਤਾਂ ਉਹਨਾਂ 'ਚ ਆਪਣੇ ਆਪ ਆਣੀ ਹੈ। ਚਾਹੇ ਬੀਜੇਪੀ ਦੀ ਸੈਂਟਰ ਗਵਰਨਮੈਂਟ ਹੈ, ਚਾਹੇ ਪੰਜਾਬ ਸਰਕਾਰ ਹੈ, ਲੋਕਾਂ ਨੂੰ ਤਾਂ ਇਹਨਾਂ ਨੇ ਮਾਰ ਸੁੱਟਿਆ। 4.5 ਸਾਲ ਚਾਹੇ ਲੈ ਲਓ, ਚਾਹੇ ਬੀਜੇਪੀ ਨੇ ਜਿਹੜਾ ਕਿਸਾਨਾਂ ਦੇ ਵਿਰੁੱਧ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਦੋਂ ਟੀਚਰ ਪ੍ਰੋਟੈਸਟ ਕਰਨ ਜਾਂਦੇ ਨੇ, ਕੋਈ ਹੋਰ ਪ੍ਰੋਟੈਸਟ ਕਰਨ ਜਾਂਦਾ, ਉਹਨਾਂ ਵੇਲੇ ਤਾਂ 1 ਮਿੰਟ 'ਚ ਪਰਚਾ ਦਰਜ ਹੋ ਜਾਂਦਾ ਵੀ ਜੀ ਇਹਨਾਂ ਨੇ ਐਮਐਲਏ ਦੇ ਘਰ ਦੇ ਬਾਹਰ ਆਹ ਕੀਤਾ ਜੀ, ਇਹਨਾਂ ਨੇ ਆਹ ਕੀਤਾ ਜੀ। ਹੁਣ ਜਦ ਮੀਡੀਆ ਨੇ ਲਾਈਵ ਦਿਖਾਇਆ, ਬੰਦੇ ਪਛਾਣੇ ਗਏ ਦੋਨੋਂ ਪਾਰਟੀਆਂ ਦੇ, ਤਾਂ ਇਹ ਫਰਜ਼ ਬੰਦਾ ਸੀ ਪੁਲਿਸ ਪ੍ਰਸ਼ਾਸਨ ਦਾ, ਦੋਨਾਂ ਦੇ ਜਿਹੜੇ ਬੰਦੇ ਜਿਹੜੇ ਸ਼ਰਾਰਤੀ ਤੱਤਵ ਸੀ ਉਹਨਾਂ ਦੇ ਖਿਲਾਫ ਪਰਚਾ ਦਰਜ ਕਰੋ। ਪਰ ਇਹ ਇੱਕ ਬੜੀ ਵੱਡੀ ਕਨਸਪੀਰੇਸੀ ਹੈ। ਦੋਨਾਂ ਨੇ ਰਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਠਾਨੀ ਹੋਈ ਹੈ ਤਾਂ ਕਿ ਰਾਸ਼ਟਰਪਤੀ ਸ਼ਾਸਨ ਲੱਗੇ। ਬੀਜੇਪੀ ਨੂੰ ਹੈ ਵੀ ਸਾਨੂੰ ਲੋਕਾਂ ਨੇ ਨਹੀਂ ਪੁੱਛਣਾ, ਕਾਂਗਰਸ ਨੂੰ ਹੈ ਸਾਨੂੰ ਲੋਕਾਂ ਨੇ ਨਹੀਂ ਪੁੱਛਣਾ। ਇਹਦੇ ਨਾਲੋਂ ਵਧੀਆ ਹੈ ਵੀ ਇੱਥੇ ਰਾਸ਼ਟਰਪਤੀ ਸ਼ਾਸਨ ਲੱਗ ਜਾਵੇ, ਲੋਕਾਂ ਦੀ ਜਿਹੜੀ ਆਵਾਜ਼ ਆ ਉਹਨੂੰ ਦਬਾਇਆ ਜਾਵੇ। ਮੈਂ ਆਪ ਇਹਨਾਂ ਨਾਲ ਚੱਲਣ ਨੂੰ ਤਿਆਰ ਹਾਂ। ਜਿਹੜੇ ਬੰਦੇ ਆਇਡੈਂਟੀਫਾਈ ਹੋਏ ਆ, ਚਾਹੇ ਉਹ ਬੀਜੇਪੀ ਦੇ ਆ ਚਾਹੇ ਕਾਂਗਰਸ ਦੇ ਆ, ਸਾਰੇ ਪਾਰਟੀਆਂ ਦਾ ਫਰਜ਼ ਬਣਦਾ ਜਾ ਕੇ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਜਾਵੇ। ਤੁਸੀਂ ਇੱਕ ਗੱਲ ਹੋਰ ਕਵਰ ਕੀਤੀ ਹੈ ਵੀ ਉੱਥੋਂ ਜਿਹੜੇ ਲੋਕ ਲੰਘ ਰਹੇ ਸੀ ਐਕਟਿਵਾ ਤੇ, ਕੋਈ ਆਪਣੇ ਕੰਮ ਤੇ ਜਾ ਰਿਹਾ ਸੀ, ਕੋਈ ਘਰ ਜਾ ਰਿਹਾ ਸੀ, ਉਹਨਾਂ ਦੇ ਵੀ ਸੱਟਾਂ ਵੱਜੀਆਂ। ਅਗਰ ਤੁਸੀਂ ਲੋਕਾਂ ਦੀ ਭਲਾਈ ਦੀ ਗੱਲ ਕਰਦੇ ਹੋ ਤੇ ਲੋਕਾਂ ਦਾ ਜੇ ਤੁਸੀਂ ਕੁਝ ਸਵਾਰ ਨਹੀਂ ਸਕਦੇ ਤੇ ਉਹਨਾਂ ਨੂੰ ਜ਼ਖਮ ਵੀ ਨਾ ਦਿਓ। ਇਸ ਕਰਕੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਟੀਵੀ ਤੇ ਕਹਿਣੀ ਬੜੀ ਸੌਖੀ ਹੈ ਵੀ ਜੀ ਪਰਚਾ ਦਰਜ ਕਰਾਓ। ਮੈਂ ਇਹਨਾਂ ਦਾ ਸਾਥ ਦਿੰਦਾ, ਸਵੇਰੇ ਸਾਡੇ ਨਾਲ ਚੱਲਣ। ਜਿਹੜੇ ਆਇਡੈਂਟੀਫਾਈ ਹੋਏ ਆ, ਚਾਹੇ ਬੀਜੇਪੀ ਤੋਂ ਹੋਏ ਆ ਚਾਹੇ ਕਾਂਗਰਸ ਤੋਂ ਹੋਏ ਆ, ਕੜੀ ਤੋਂ ਕੜੀ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਦੇ ਖਿਲਾਫ। ਔਰ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜੀ ਉੱਥੇ ਲੱਗੀ ਸੀ, ਜਿਨ੍ਹਾਂ ਨੇ ਮਾਹੌਲ ਖਰਾਬ ਹੋਣ ਦਿੱਤਾ, ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਦੇਖੋ ਲੋਕਾਂ ਕਾਂਗਰਸ ਦੀਆਂ ਲਾਈਵ ਤਸਵੀਰਾਂ ਸਨੀ ਜੀ ਤੁਹਾਡੇ ਸਾਹਮਣੇ ਨੇ, ਜਿਹੜੇ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਰੋਕ ਰਹੀ ਹੈ, ਲੇਕਿਨ ਇਹ ਫੇਰ ਵੀ ਐਸਿਡ ਦੀਆਂ ਬੋਤਲਾਂ ਮਾਰ ਰਹੇ ਨੇ। ਤੁਸੀਂ ਦੇਖੋ ਇਹਨਾਂ ਦੀਆਂ ਲਾਈਵ ਤਸਵੀਰਾਂ ਨਾਲ ਨੇ। ਬੜੇ ਸਤਾਏ ਹੋਏ ਨੇ ਲੋਕ, ਇਸ ਵੇਲੇ ਬੜੇ ਗੁੱਸੇ 'ਚ ਹੈ। ਤੁਸੀਂ ਲੋਕਾਂ ਨੂੰ ਜਿਹੜਾ ਉਹਨਾਂ ਦਾ ਗੁੱਸਾ ਉਹ ਖਰੋਸ਼ ਦੇ ਵਿੱਚ ਨਾ ਬਦਲੋ, ਤੁਸੀਂ ਮਾਹੌਲ ਨਾ ਖਰਾਬ ਕਰੋ। ਮੇਰਾ ਦੋਨਾਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਅਗਰ ਕੋਈ ਵੀ ਪ੍ਰੋਟੈਸਟ ਹੈ, ਕੋਈ ਵੀ ਹੈ, ਤੁਸੀਂ ਆਪਣਾ ਪ੍ਰੈਸ ਕਾਨਫਰੰਸ ਕਰ ਸਕਦੇ ਹੋ, ਸ਼ਾਂਤਮਈ ਮਾਰਚ ਕੱਢ ਸਕਦੇ ਹੋ ਤਾਂ ਕਿ ਕੋਈ ਕਨਫਲਿਕਟ ਨਾ ਹੋਵੇ। ਅਸੀਂ ਸ਼ਹਿਰ ਵਾਸੀਆਂ ਨੂੰ ਸਹੂਲਤ ਦੇਣ ਦੀ ਗੱਲ ਕਰ ਰਹੇ ਹਾਂ, ਬਟ ਉਹਨਾਂ ਦੀ ਸਹੂਲਤ ਜਿਹੜੀ ਉਹਨਾਂ ਨੂੰ ਮਾੜੀ ਮੋਟੀ ਆਜ਼ਾਦੀ ਹੈ, ਕਿਸੇ ਨੇ ਕੰਮ ਤੇ ਜਾਣਾ ਹੈ, ਕਿਸੇ ਨੇ ਬੱਚਿਆਂ ਨੂੰ ਲੈਣ ਜਾਣਾ ਹੈ, ਕੋਈ ਪਾਰਟ ਇਹ ਨਹੀਂ ਸੋਚ ਰਹੇ ਵੀ ਉੱਥੇ ਜਿਹੜੇ ਲੋਕਾਂ ਨੂੰ ਸੱਟਾਂ ਵੱਜੀਆਂ ਉਹਦੇ ਜ਼ਿੰਮੇਵਾਰ ਕੌਣ ਨੇ। ਅਸੀਂ ਅੱਜ ਗੱਲ ਕਰ ਰਹੇ ਹਾਂ। ਉਸ ਸਮੇਂ ਦਹਿਸ਼ਤ ਦਾ ਮਾਹੌਲ ਪੂਰਾ ਤੱਕ ਬਣ ਗਿਆ ਸੀਗਾ ਤੇ ਪੂਰੀ ਤਰ੍ਹਾਂ ਲੋਕ ਜਿਹੜੇ ਸੀ ਘਬਰਾ ਚੁੱਕੇ ਸੀਗੇ ਕਿ ਹੋ ਕੀ ਰਿਹਾ। ਲੇਕਿਨ ਪ੍ਰਦਰਸ਼ਨ ਦਾ ਅਸੀਂ ਅਕਸਰ ਦੇਖਦੇ ਹਾਂ, ਅਸੀਂ ਕਈ ਪ੍ਰਦਰਸ਼ਨ ਕਵਰ ਕੀਤੇ ਨੇ, ਲੇਕਿਨ ਇਸ ਤਰ੍ਹਾਂ ਦਾ ਪ੍ਰਦਰਸ਼ਨ ਖੈਰ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਨਿਸ਼ਾਨ ਖੜੇ ਕਰ ਦਿੰਦੇ ਨੇ ਕਿ ਇਸ ਤਰ੍ਹਾਂ ਦਾ ਪ੍ਰਦਰਸ਼ਨ ਜਿਹੜਾ ਹੈਗਾ ਕਿ ਇੰਨਾ ਯੂਥ ਭੜਕਿਆ ਹੋਇਆ ਹੈ, ਇੰਨੀ ਅੱਗ ਲੱਗੀ ਹੋਈ ਹੈ। ਅਭਿਸ਼ੇਕ ਜੀ ਮੇਰੇ ਸਾਹਮਣੇ ਉਸ ਦਿਨ ਰੂਬਰੂ ਸੀ, ਮੈਂ ਉੱਥੇ ਮੌਜੂਦ ਸੀ ਉਸ ਦਿਨ, ਕਿਉਂਕਿ ਉਸ ਦਿਨ ਸਾਡੀ ਕਾਰਿਆਲਿਆ ਦੇ ਵਿੱਚ ਇੱਕ ਵੈਸਟ ਕੌਂਸਟੀਚੁਐਂਸੀ ਦੀ ਅਗਰ ਨਗਰ ਮੰਡਲ ਦੇ ਤਹਿਤ ਸਾਡੀ ਇੱਕ ਬੈਠਕ ਚੱਲ ਰਹੀ ਸੀ। ਉੱਥੇ ਅਲੱਗ-ਅਲੱਗ ਮੰਡਲਾਂ ਦੀ ਸਾਡੀ ਕੋਈ ਅਹਿਮ ਮੁੱਦੇ ਤੇ ਬੈਠਕ ਚੱਲ ਰਹੀ ਸੀ। ਉਸ ਟਾਈਮ ਜਦੋਂ ਨੀਚੇ ਉਹਨਾਂ ਦੀ ਆਵਾਜ਼ਾਂ ਆਈਆਂ ਸੀ, ਜਦੋਂ ਨੀਚੇ ਉਤਰੇ ਅਸੀਂ ਦੇਖਿਆ ਉਸ ਮੰਜ਼ਰ ਨੂੰ, ਅਸੀਂ ਦੇਖਿਆ, ਮੈਂ ਖੁਦ ਆਪਣੇ ਅੱਖੀ ਦੇਖਿਆ ਕਿ ਪਹਿਲਾਂ ਜਦੋਂ ਉਹਨਾਂ ਨੇ ਉਧਰੋਂ ਇੱਕ ਨਾਰੀਅਲ ਸੁੱਟਿਆ, ਫਿਰ ਇੱਕ ਪੱਥਰ ਮਾਰਿਆ, ਅਸੀਂ ਸਾਡੇ ਬਿਲਕੁਲ ਆ ਕੇ ਲੱਗਿਆ, ਸਾਡੇ ਸਾਰਿਆਂ ਦੇ ਲੱਗਿਆ। ਔਰ ਜਿਹੜੇ ਉੱਥੋਂ ਜਿਵੇਂ ਸਨੀ ਜੀ ਕਹਿ ਰਹੇ ਲੋਕਾਂ ਦੇ ਉੱਪਰ ਬੜੀ ਪਰੇਸ਼ਾਨੀ ਹੋਈ ਹੈ ਉਹਨਾਂ ਨੂੰ। ਮੈਂ ਤਾਂ ਹੀ ਕਹਿਣਾ ਚਾਹੂੰਗਾ, ਮੈਂ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਤੁਹਾਨੂੰ, ਮੈਂ ਫੇਰ ਦੁਬਾਰਾ ਤਸਵੀਰਾਂ ਦਿਖਾ ਦਿੰਦਾ ਕਿ ਇਹਦੇ 'ਚ ਜਿਹੜੇ ਲੋਕੀ ਨੇ, ਉਹ ਜਿਹੜੇ ਮੁੰਡੇ ਨੇ ਬਿਲਕੁਲ ਜਿਹੜੇ ਵਿੱਚ ਖੜੇ ਨੇ ਕਾਰਿਆਕਰਤਾ ਜਿਹੜੇ ਕਿ ਕਾਂਗਰਸ ਵੱਲੋਂ ਆਏ ਸੀ, ਉਹ ਬਿਲਕੁਲ ਸਾਫ਼ ਪਹਿਚਾਨੇ ਜਾ ਰਹੇ ਨੇ, ਬਿਲਕੁਲ ਸਾਫ਼ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ, ਲੇਕਿਨ ਉਹ ਅਟੈਕ ਦੇ ਉੱਪਰ ਅਟੈਕ ਕਰ ਰਹੇ ਨੇ। ਜਿਹੜੀ ਕਿ ਮੈਂ ਤਾਂ ਫੇਰ ਇਹੀ ਗੱਲ ਕਹੂੰਗਾ, ਇਹ ਜਿਹੜਾ ਮਾਹੌਲ ਹੈ ਸਾਰਾ ਇਸ ਟਾਈਮ ਲੁਧਿਆਣੇ ਦਾ ਬਹੁਤ ਜ਼ਿਆਦਾ ਦਹਿਸ਼ਤਮਾਨਾ ਹੋ ਚੁੱਕਾ। ਜਿਸ ਤਰ੍ਹਾਂ ਇਲੈਕਸ਼ਨ 2022 ਇਹ ਨੇੜੇ ਆਉਣ ਦੇ ਵਿੱਚ ਆਈ ਜਾ ਲੇਕਿਨ ਸਰ ਤੁਹਾਡੀ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਤਾਂ ਸਿੱਧੀ ਟਕਰਾਅ ਦੀ ਜੰਗ ਹੋ ਗਈ ਹੈ, ਸਿੱਧਾ ਚੈਲੰਜ ਦੇਣ ਲੱਗ ਗਏ ਨੇ ਇੱਕ ਦੂਜੇ ਨੂੰ। ਮੈਂ ਵਿੱਚ ਸਪੋਰਟ ਕਰ ਰਿਹਾ। ਦੇਖੋ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਸੀਨੀਅਰ ਲੀਡਰਸ਼ਿਪ ਬੀਜੇਪੀ ਨੇ ਜਿਹੜੇ ਉੱਥੇ ਬਿਆਨ ਦਿੱਤੇ ਨੇ ਉਹ ਵੀ ਮੀਡੀਆ ਦੇ ਵਿੱਚ ਹੈ ਵੀ ਜੇ ਇਹ ਆਪਦੇ ਪਿਓ ਦੇ ਪੁੱਤ ਨੂੰ ਆ ਕੇ ਵਿਖਾਣ,
ਜੇ ਇਹ ਦੋਨੋਂ ਪਾਸੋਂ ਤਾੜੀ ਵੱਜੀ ਆ, ਉਕਸਾਇਆ ਗਿਆ ਮਾਹੌਲ ਲੁਧਿਆਣੇ ਦਾ ਖਰਾਬ ਕਰਨ ਦੀ ਇੱਕ ਬੜੀ ਵੱਡੀ ਕਨਸਪੀਰੇਸੀ ਸੀ। ਅਗਰ ਸਾਡੇ ਕਿਉਂਕਿ ਜਿਸ ਤਰ੍ਹਾਂ ਕਿ ਮਾਹੌਲ ਨੂੰ ਕਾਫੀ ਤਣਾਅਪੂਰਨ ਬਣਾ ਦਿੱਤਾ ਗਿਆ, ਉਸ ਤੋਂ ਬਾਅਦ ਹੋ ਚੁੱਕਾ ਹੈ, ਐਦਾਂ ਦੀ ਇਹ ਸ਼ਬਦਾਵਲੀ ਜਿਹੜੀ ਵਰਤੀ ਜਾ ਰਹੀ ਹੈ, ਤੁਹਾਡੀ ਪਾਰਟੀ ਦੇ ਕਈ ਬੰਦਿਆਂ ਨੇ ਵਰਤੀ ਹੈ ਸ਼ਬਦਾਵਲੀ, ਬੀਜੇਪੀ ਦੇ ਅਸੀਂ ਆਪ ਕੈਮਰੇ ਦੇ ਵਿੱਚ ਕਵਰ ਕੀਤੀ ਹੈ ਜੀ। ਤੁਸੀਂ ਕੀ ਕਹਿਣਾ ਚਾਹੋਗੇ ਸ਼ੇਰੂ ਜੀ, ਸਜਣੀ ਭਾਜੀ? ਮੈਂ ਸਿਰਫ ਇੰਨੀ ਕੀ ਗੱਲ ਹੈ ਕਿ ਜਦੋਂ ਆਪਾਂ ਇੱਕ ਚੀਜ਼ ਨੂੰ ਸਿਰਫ ਅਸੀਂ ਰੋਸ਼ ਧਰਨਾ ਕਰਨ ਗਏ, ਸਾਡੇ ਉੱਪਰ ਪਹਿਲਾਂ ਇਹਨਾਂ ਨੇ ਅਟੈਕ ਕੀਤੇ ਹੈ, ਔਰ ਉਸ ਤੋਂ ਬਾਅਦ ਜਦੋਂ ਅਸੀਂ ਕਹਿਤਾ ਕਿ ਅਸੀਂ ਇੰਪਰੂਵਮੈਂਟ ਟਰਸਟ ਨੂੰ ਸਿਰਫ ਤਾਲਾ ਲਾਉਣ ਜਾਣਾ ਹੈ, ਤਾਲਾ ਲਾਉਣ ਦੇ ਵੇਲੇ ਪਹਿਲਾਂ ਇੰਨੀ ਪ੍ਰਸ਼ਾਸਨ ਹੈ ਉੱਥੇ, ਉਸ ਦਿਨ ਵੀ ਯੂਥ ਕਾਂਗਰਸ ਹੈ ਜਿਹੜੇ ਉਹ ਵੀ ਉਸ ਦਿਨ ਉੱਥੇ ਪਹੁੰਚ ਚੁੱਕੇ ਹੋਏ ਸੀਗੇ, ਲੇਕਿਨ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਿਆ। ਅਸੀਂ ਜਾ ਕੇ ਤਾਲਾ ਲਗਾ ਕੇ ਸਫਲ ਹੋ ਗਏ। ਇੰਪਰੂਵਮੈਂਟ ਟਰਸਟ ਨੂੰ ਅਸੀਂ ਤਾਲਾ ਲਾ ਕੇ ਆਪਣੇ ਆਰਾਮ ਨਾਲ ਵਾਪਸ ਆਏ ਹਾਂ। ਕੋਈ ਅਸੀਂ ਉੱਥੇ ਗੰਦੀ ਸ਼ਬਦਾਵਲੀ ਨਹੀਂ ਵਰਤੀ, ਕਿਸੇ ਨਾਲ ਅਸੀਂ ਲੜੇ ਨਹੀਂ, ਕਿਸੇ ਨਾਲ ਭਿੜੇ ਨਹੀਂ, ਲੇਕਿਨ ਇਹਨਾਂ ਨੇ ਉਸ ਤੋਂ ਬਾਅਦ ਜਾ ਕੇ ਹਿੰਸਕ ਰੂਪ ਲੈ ਕੇ ਗੇਟ ਪੱਟ ਦਿੱਤਾ ਔਰ ਅਗਲੇ ਦਿਨ ਸਾਡੇ ਦਫ਼ਤਰ ਦੇ ਉੱਪਰ ਹਮਲਾ ਕਰ ਦਿੱਤਾ ਇਹਨਾਂ ਨੇ। ਜੀ ਸਾਡੇ ਕੋਲ ਸਮੇਂ ਦੀ ਘਾਟ ਹੈ, ਸਿਰਫ ਤੁਹਾਡੇ ਕੋਲ 30 ਸੈਕਿੰਡ ਰਹਿ ਗਏ ਨੇ, ਜਿਹੜਾ ਵੀ ਕੋਈ ਗੱਲ ਕਹਿਣਾ ਚਾਹਦਾ ਆਪਣੀ ਕਹਿ ਸਕਦਾ ਜੀ। ਅਭਿਸ਼ੇਕ ਜੀ, ਬੀਜੇਪੀ ਕੋਲ ਕੋਈ ਮੁੱਦਾ ਨਹੀਂ ਹੈ। ਨਹੀਂ ਕਹੂੰਗਾ ਮੈਂ ਡਿੰਪਲ ਰਾਣਾ ਜੀ ਨੂੰ ਸਿਰਫ ਇੰਨੀ ਬੇਨਤੀ ਕਰੂੰਗਾ ਕਿ ਜਿਸ ਤਰ੍ਹਾਂ ਉਹਨੇ ਮੰਦਭਾਗੀ ਕਿ ਸਾਡੇ ਨਾਲ ਸਾਥ ਦਿਓ, ਸਾਡਾ ਸਾਥ ਅੱਗੇ ਆ ਕੇ ਔਰ ਇਸ ਦੀ ਨਿਖੇਧੀ ਕਰਕੇ ਸਾਡਾ ਪਰਚਾ ਦਰਜ ਕਰਾਂ, ਸਾਡੇ ਨਾਲ ਜਾਓ ਜੀ। ਜੀ ਡਿੰਪਲ ਜੀ, ਦੇਖੋ ਮੈਂ ਪਹਿਲੇ ਟਾਈਮ ਤੁਹਾਨੂੰ ਕਿਹਾ ਵੱਡੇ ਭਰਾ ਨੇ ਵੀ ਅਸੀਂ ਲੁਧਿਆਣੇ ਦਾ ਮਾਹੌਲ, ਪੰਜਾਬ ਦਾ ਮਾਹੌਲ ਨਾ ਖਰਾਬ ਹੋਣ ਦਈਏ, ਚਾਹੇ ਕਾਂਗਰਸ ਪਾਰਟੀ ਹੈ ਚਾਹੇ ਬੀਜੇਪੀ ਪਾਰਟੀ ਹੈ, ਜਿਹੜੇ ਬੋਲਾਂ ਦੀ ਅਸੀਂ ਵਰਤੋਂ ਕਰਦੇ ਆ, ਸਾਡੇ ਸੀਨੀਅਰ ਲੀਡਰ ਨੇ ਬੋਲਾਂ ਦੀ ਵਰਤੋਂ ਬੜੀ ਸੋਚ ਸਮਝ ਕੇ ਕੀਤੀ ਜਾਵੇ, ਤੇ ਜਿੱਥੇ ਪ੍ਰੋਟੈਸਟ ਕਰਨਾ ਹੈ ਮੇਰੀ ਕਾਂਗਰਸ ਨੂੰ ਵੀ ਬੇਨਤੀ ਹੈ ਵੀ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕੀਤਾ ਜਾਵੇ। ਪੰਜਾਬ ਜੀ ਡਿੰਪਲ ਜੀ ਜਲਦੀ ਡਿੰਪਲ ਜੀ। ਅਭਿਸ਼ੇਕ ਜੀ ਅਸੀਂ ਇਹੀ ਰਿਕੁਐਸਟ ਸੋ ਸਾਡੇ ਕੋਲ ਸਮੇਂ ਦੀ ਘਾਟ ਹੋਣ ਕਰਕੇ ਸਾਨੂੰ ਅੱਜ ਦੀ ਡਿਬੇਟ ਇੱਥੇ ਖਤਮ ਕਰਨੀ ਪਏਗੀ, ਲੇਕਿਨ ਤੁਹਾਨੂੰ ਇਹ ਦੱਸ ਦਈਏ ਕਿ ਜਿਹੜਾ ਅੱਜ ਦਾ ਮੁੱਦਾ ਹੈ ਕਾਫੀ ਗਰਮਾਇਆ ਹੋਇਆ ਹੈ, ਕਿਉਂਕਿ ਜਿਸ ਤਰ੍ਹਾਂ ਕਿ ਆਪਸੀ ਕਾਂਗਰਸੀ ਅਤੇ ਬੀਜੇਪੀ ਵੱਲੋਂ ਜਿਹੜੀ ਹਿੰਸਕ ਜਿਹੜਾ ਮਾਹੌਲ ਪੈਦਾ ਹੋ ਗਿਆ ਸ਼ਹਿਰ ਦੇ ਵਿੱਚ, ਤੇ ਜਿਹਦੇ ਨਾਲ ਤਣਾਅਪੂਰਨ ਮਾਹੌਲ ਸੀਗਾ, ਲੋਕ ਡਰ ਗਏ, ਲੋਕ ਸਹਿਮ ਗਏ, ਲੇਕਿਨ ਕਈ ਮਾਵਾਂ ਤੇ ਕਈ ਜਿਹੜੇ ਪੁੱਤ ਹੈਗੇ ਆ ਉਹ ਜ਼ਖਮੀ ਵੀ ਹੋਏ ਨੇ। ਕਿ ਇਹ ਤੇ ਬੜੀ ਸ਼ਰਮ ਵਾਲੀ ਗੱਲ ਹੋਗੀ ਦੋਨੋਂ ਪਾਰਟੀਆਂ